ਕਾਂਗਰਸ ਜਦੋਂ ਵੀ ਕਿਤੇ ਕੋਈ ਚੰਗਾ ਚਿਹਰਾ ਇੱਕ ਲੱਭ ਲੈਂਦੀ ਹੈ ਜੀ ਫਿਰ ਉਸ ਤੋਂ ਬਾਅਦ ਉੱਥੇ ਕਮਸਾਨ ਜ਼ਰੂਰ ਪੈਂਦਾ ਹੈ। ਇੰਦਰਾ ਦੇ ਗਾਂਧੀ ਦੇ ਸਮੇਂ ਤੇ ਕਹਿੰਦੇ ਸੀ ਇੰਦਰਾ ਇਜ਼ ਇੰਡੀਆ ਐਂਡ ਇੰਡੀਆ ਇਜ਼ ਇੰਦਰਾ। ਇਹਨਾਂ ਲੱਗਾ ਕਿ ਪੰਜਾਬ ਕਾਂਗਰਸ ਮਤਲਬ ਕੈਪਟਨ, ਪਰ ਕੋਈ ਇਦਾਂ ਦੇ ਇਮੇਜ ਵਾਲਾ ਮੰਤਰੀ ਦਿਸਦਾ ਨਹੀਂ ਜਿਹੜਾ ਉਹਨਾਂ ਦੀ ਪੰਜਾਬ ਵਿਕਾਸ ਪਾਰਟੀ ਨੂੰ ਕੋਈ ਠੁਮਣਾ ਲਾ ਸਕੇ। ਮੈਂ ਤਾਂ ਇਹ ਸਮਝ ਨਹੀਂ ਆਉਂਦੀ ਕਿ ਰਾਹੁਲ ਗਾਂਧੀ ਵਿਰੋਧੀ ਧਿਰ ਵਿੱਚ ਹੁੰਦੇ ਹੋਏ ਵਿਹਲੇ ਵੀ ਹੋਣਗੇ ਕਿ ਨਹੀਂ। ਸਾਰਾ ਦਿਨ ਨਾਰਾਜ਼ ਕਾਂਗਰਸ ਦੀਆਂ ਸ਼ਿਕਾਇਤਾਂ ਸੁਣਨ ਵਿੱਚ ਲੰਘ ਜਾਂਦਾ ਹੋਵੇਗਾ। ਤਲਵਾਰ ਦੀ ਧਾਰ ਤੇ ਜੀਓਗੇ ਤੇ ਤਲਵਾਰ ਦੀ ਧਾਰ ਤੇ ਮਰੋ। ਕੈਪਟਨ ਸਾਹਿਬ ਸ਼ਾਇਦ ਇਹ ਭੁੱਲ ਗਏ ਕਿ ਜਿਸ ਲੋਕਤੰਤਰਿਕ ਵਿਵਸਥਾ ਨੇ ਮੈਨੂੰ ਚੁਣਿਆ ਉਸੇ ਦੇ ਵਿੱਚ ਮੈਂ ਵਿਸ਼ਵਾਸ ਵੀ ਬਣਾ ਕੇ ਰੱਖਣਾ ਹੈ ਤੇ ਫੇਰ ਹੀ ਮੈਂ ਬਣਿਆ ਰਹਿ ਸਕਦਾ, ਨਹੀਂ ਤੇ ਮੈਨੂੰ ਇਹ ਗਤੀ ਛੱਡਣੀ ਪਏਗੀ। ਕਿ ਇਹ ਮੰਤਰੀ ਦਾ ਕੰਮ ਹੈ ਕਿ ਖੁਦ ਜਾ ਕੇ ਖੋਖੇ ਉੱਥੋਂ ਉਠਾਉਣ ਦੀ ਕੋਸ਼ਿਸ਼ ਕਰੇ। ਤੰਬਾਕੂਆਂ ਦੀਆਂ ਜਿਹੜੀਆਂ ਮਸ਼ਹੂਰੀਆਂ ਤੇ ਜਿਹੜੇ ਪੋਸਟਰ ਤੇ ਜਿਹੜੇ ਹੋਰਡਿੰਗ ਲੱਗੇ ਹੋਏ ਨੇ ਉਹ ਲਾਉਣ ਦਾ ਕੰਮ ਸ਼ੁਰੂ ਕੀਤਾ। ਜੇ ਉਹ ਬੈਨ ਹੈ ਪੰਜਾਬ ਦੇ ਵਿੱਚ ਪਾਬੰਦੀਸ਼ੁਦਾ ਵਸਤਾਂ ਨੇ ਇਹ ਤੇ ਧੜੱਲੇ ਨਾਲ ਵਿਕ ਰਹੀਆਂ ਨੇ ਤੇ ਇਹਨਾਂ ਦੇ ਬੋਰਡ ਵੀ ਬੱਸਾਂ ਦੇ ਉੱਪਰ ਕਿੰਨ ਲਗਵਾਏ ਸੀ। ਕੇਂਦਰ ਸਰਕਾਰ ਨੇ ਪਿਛਲੇ 1.5 ਸਾਲ ਤੋਂ ਕਿਸਾਨਾਂ ਦੇ ਵਿਰੁੱਧ ਕਈ ਫੈਸਲੇ ਅਜਿਹੇ ਲਏ ਨੇ ਜਿਨ੍ਹਾਂ ਨੇ ਕਿਸਾਨਾਂ ਦਾ ਗਲ ਘੁੱਟਣ ਦੀ ਪੂਰੀ ਤਿਆਰੀ ਕੀਤੀ ਹੈ। ਇਹਨਾਂ ਵਿੱਚ ਮੈਂ 3 ਕਾਲੇ ਕਾਨੂੰਨਾਂ ਦੀ ਗੱਲ ਨਹੀਂ ਅਜੇ ਕੀਤੀ। ਇੰਨੇ ਸਾਲਾਂ ਤੋਂ ਨਮੀ ਦੀ ਮਿਕਦਾਰ ਜਿਹੜੀ ਹੈ 1 ਚੱਲ ਰਹੀ ਹੈ ਤੇ ਅਚਾਨਕ ਤੁਸੀਂ ਪਿਛਲੇ ਸਾਲ ਉਸ ਵਿੱਚ 1% ਦਾ ਘਟਾ ਕਰ ਦਿੰਦੇ ਹੋ। ਫੂਡ ਕਾਰਪੋਰੇਸ਼ਨ ਆਫ ਇੰਡੀਆ ਪੰਜਾਬ ਦੀਆਂ ਮੰਡੀਆਂ ਦੇ ਵਿੱਚੋਂ ਖੱਜਲ ਖੁਆਰ ਕਰਦੀ ਹੈ ਕਿਸਾਨਾਂ ਨੂੰ। ਇਹ ਰੇਡੀਆ ਦੀ ਕਹਾਣੀ ਇਹ ਹੈ ਕਿ ਭਾਜਪਾ ਵਾਲੇ ਕਹਿੰਦੇ ਸੀ ਨਹੀਂ ਵੇਚਣੀ, ਹੁਣ ਹੱਥ ਬੰਨ ਕੇ ਸਾਰਿਆਂ ਦੀਆਂ ਬੇਨਤੀਆਂ ਕਰ ਰਹੇ ਨੇ ਕਿ ਕਿਸੇ ਤਰੀਕੇ ਕੋਈ ਖਰੀਦਦਾਰ ਸਾਨੂੰ ਮਿਲ ਜਾਵੇ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦੇਣਗੇ ਸਰਦਾਰ ਕੁਲਦੀਪ ਸਿੰਘ ਹੀਰ ਜੀ ਤੇ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਅੰਦਰੂਨੀ ਕਲੇਸ਼ ਛਿੜਿਆ ਹੋਇਆ ਆ ਕਿੱਥੋਂ ਤੱਕ ਪਹੁੰਚਿਆ ਆ। ਕੈਪਟਨ ਅਮਰਿੰਦਰ ਸਿੰਘ ਆਪਣੀ ਵੱਖਰੀ ਪਾਰਟੀ ਬਣਾ ਕੇ ਕਿਹੜਾ ਵਿਕਾਸ ਕਰਨਾ ਚਾਹੁੰਦੇ ਨੇ। ਕੱਲ ਬਲੂਮਬਰਗ ਦੀ ਰਿਪੋਰਟ ਕਹਿੰਦੀ ਸੀ ਕਿ ਟਾਟਾ ਦੇ ਹੱਥਾਂ ਵਿੱਚ 에ਅਰ ਇੰਡੀਆ ਚਲਾ ਗਿਆ ਆ, ਫਿਰ ਸਰਕਾਰ ਨੇ ਉਸ ਰਿਪੋਰਟ ਨੂੰ ਡਿਨਾਈ ਕਰ ਦਿੱਤਾ ਤੇ ਉਹਦੀ ਵਿਕਰੀ ਹੁਣ ਕਿੱਥੋਂ ਤੱਕ ਪਹੁੰਚੀ ਹੈ। ਇਹ ਸਾਰੀਆਂ ਗੱਲਾਂ ਜਾਣਾਂਗੇ ਆਪਣੇ ਮਾਹਿਰ ਮਹਿਮਾਨ ਕੋਲੋਂ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਕੁਲਦੀਪ ਜੀ, ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਕਾਂਗਰਸ ਦੇ ਕਲੇਸ਼ ਤੋਂ ਹੀ ਕਰਦੇ ਆ। ਕਾਫੀ ਜ਼ਿਆਦਾ ਇਹਨਾਂ ਨੇ ਕੱਚੀ ਲੱਸੀ ਵਾਂਗੂ ਲੜਾਈ ਸ਼ੁਰੂਆਤ ਕਲੇਸ਼ ਤੋਂ ਕਰਨੀ ਕਲੇਸ਼ ਤੋਂ ਸ਼ੁਰੂਆਤ ਕਰਦੇ ਆ। ਕੱਚੀ ਲੱਸੀ ਵਾਂਗੂ ਲੜਾਈ ਕਾਫੀ ਵਧਾ ਲਈ ਹੈ। ਸੀਨੀਅਰ ਆਗੂ ਜਿਹੜੇ ਕਾਂਗਰਸ ਦੇ ਇੱਕ ਦੂਜੇ ਵੱਲ ਚਿੱਕੜ ਸੁੱਟ ਰਹੇ ਨੇ। ਹੁਣ ਹਰੀਸ਼ ਰਾਵਤ ਤੇ ਕੈਪਟਨ ਅਮਰਿੰਦਰ ਸਿੰਘ ਇੱਕ ਦੂਜੇ ਵੱਲ ਇਲਜ਼ਾਮ ਤਰਾਸ਼ੀਆਂ ਦੇ ਤੀਰ ਚਲਾ ਰਹੇ ਨੇ। ਕੌਣ ਦੋਨਾਂ ਚੋਂ ਸਾਰਥਕ ਜਾਪਦਾ ਤੁਹਾਨੂੰ, ਹਰੀਸ਼ ਰਾਵਤ ਕੇ ਕੈਪਟਨ? ਜੇ ਤਾਂ ਗੱਲ ਕਰੀਏ ਕਿ ਕੈਪਟਨ ਸਾਹਿਬ ਨੂੰ ਨਸੀਹਤਾਂ ਕਿਸ ਨੇ ਦਿੱਤੀਆਂ ਜੀ, ਉਹ ਤਾਂ ਸਾਰੇ ਉਹੀ ਲੋਕ ਨੇ ਜਿਹੜੇ ਕਾਂਗਰਸ ਦੇ ਵਿੱਚ ਮੌਜੂਦ ਨੇ, ਕਾਂਗਰਸ ਹਾਈ ਕਮਾਂਡ ਦੇ ਵਿੱਚ ਭਰੋਸਾ ਰੱਖਦੇ ਨੇ ਜੀ, ਤੇ ਜਾਂ ਕਿਸੇ ਨਾ ਕਿਸੇ ਗੱਦੀ ਚਾਹਤ ਦੀ ਉਡੀਕ ਦੇ ਵਿੱਚ ਨੇ। ਜਦੋਂ ਗੱਲ ਆਉਂਦੀ ਹੈ ਕਿ ਫਲਾਨਾ ਕੁਰਸੀ ਦਾ ਭੁੱਖਾ ਹੈ ਜਾਂ ਫਲਾਨੇ ਨੂੰ ਚਾਹਤ ਹੈ ਆਗੂ ਨੂੰ, ਤੇ ਜਵਾਬ ਉਹਦਾ ਇਹ ਹੈ ਕਿ ਹੈ ਕਿਸ ਨੂੰ ਨਹੀਂ। ਬਿਲਕੁਲ, ਰਾਜਨੀਤੀ ਤੇ ਹੈ ਹੀ ਕੁਰਸੀ ਦੀ ਚਾਹਤ ਜੀ। ਕਮਲਨਾਥ ਨੇ ਵੀ ਆਖਿਆ, ਰਾਜਸਥਾਨ ਦੇ ਮੁੱਖ ਮੰਤਰੀ ਨੇ ਵੀ ਆਖਿਆ, ਹੋਰ ਕੇਂਦਰੀ ਆਗੂਆਂ ਨੇ ਵੀ ਗੱਲ ਕੀਤੀ ਜੀ, ਤੇ ਹਰੀਸ਼ ਰਾਵਤ ਦਾ ਬੋਲਣਾ ਤੇ ਸੁਭਾਵਿਕ ਸੀ ਕਿਉਂਕਿ ਪੰਜਾਬ ਮਾਮਲੇ ਦੇ ਇੰਚਾਰਜ ਸੀ। ਹਾਲਾਂਕਿ ਉਹਨਾਂ ਦੀ ਨਿਯੁਕਤੀ ਜਿਹੜੀ ਹੈ ਉਹ ਉਹਨਾਂ ਨੇ ਸੋਚਿਆ ਵੀ ਨਹੀਂ ਹੋਵੇਗਾ ਜਦੋਂ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਹੋਵੇਗਾ ਕਿ ਇੱਥੇ ਤੇ ਮੈਜੋਰਿਟੀ ਹੈ ਭਾਈ, ਕਾਂਗਰਸ ਨੂੰ ਬੜੀ ਐਬਸੋਲੂਟ ਮੈਜੋਰਿਟੀ ਹੈ ਜੀ। 117 ਦੇ ਵਿੱਚੋਂ 80-82 ਸੀਟਾਂ ਲੈ ਕੇ ਬੈਠੇ ਹੋਏ ਨੇ, ਚੈਲੰਜ ਕਰਨ ਵਾਲਾ ਕੋਈ ਨਹੀਂ ਤੇ ਇੱਥੇ ਤੇ ਕੰਮ ਸੌਖਾ ਹੋਣਾ ਚਾਹੀਦਾ। ਬਿਲਕੁਲ, ਕੈਪਟਨ ਅਮਰਿੰਦਰ ਸਿੰਘ ਵਰਗਾ ਇੱਕ ਮਜ਼ਬੂਤ ਆਗੂ ਹੈ। ਇੱਥੇ ਇੱਕ ਮਜ਼ਬੂਤ ਆਗੂ ਹੋਵੇ ਤੇ ਫਿਰ ਵਿਰੋਧੀ ਬਾਗੀ ਸੁਰਾਂ ਵੀ ਉੱਠਦੀਆਂ ਨਹੀਂ ਸੱਜੇ ਕੀਤੇ ਜੀ। ਪਰ ਇੱਥੇ ਕਹਾਣੀ ਸਭ ਨਾਲੋਂ ਜ਼ਿਆਦਾ ਵਿਗੜ ਗਈ। ਮੱਧ ਪ੍ਰਦੇਸ਼ ਦੇ ਵਿੱਚ ਤੇ ਮੈਜੋਰਿਟੀ ਨਹੀਂ ਸੀ ਜੀ, ਰਾਜਸਥਾਨ ਦੇ ਵਿੱਚ ਵੀ ਨਹੀਂ ਹੈ ਪੂਰੀ, ਛੱਤੀਸਗੜ੍ਹ ਦੇ ਵਿੱਚ ਹੈ ਤੇ ਛੱਤੀਸਗੜ੍ਹ ਵਾਲੇ ਵੀ ਹੁਣ ਦਿੱਲੀ ਦੇ ਫੇਰੇ ਲਾ ਰਹੇ ਨੇ ਹਾਈ ਕਮਾਨ ਕੋਲ ਜੀ। ਤੇ ਮੈਂ ਤਾਂ ਇਹ ਸਮਝ ਨਹੀਂ ਆਉਂਦੀ ਕਿ ਰਾਹੁਲ ਗਾਂਧੀ ਵਿਰੋਧੀ ਧਿਰ ਵਿੱਚ ਹੁੰਦੇ ਹੋਏ ਵਿਹਲੇ ਵੀ ਹੋਣਗੇ ਕਿ ਨਹੀਂ। ਸਾਰਾ ਦਿਨ ਨਾਰਾਜ਼ ਕਾਂਗਰਸ ਦੀਆਂ ਸ਼ਿਕਾਇਤਾਂ ਸੁਣਨ ਵਿੱਚ ਲੰਘ ਜਾਂਦਾ ਹੋਵੇਗਾ। ਮੁੱਖ ਮੰਤਰੀ ਚੰਨੀ ਵੀ ਦਿੱਲੀ ਗਏ ਨੇ ਤੇ ਨਰਿੰਦਰ ਮੋਦੀ ਨੂੰ ਮਿਲ ਕੇ ਆ ਗਏ ਨੇ। ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨਾਲ ਟਾਈਮ ਨਹੀਂ ਮਿਲਿਆ ਜਾਂ ਉਹਨਾਂ ਦਾ ਪ੍ਰੋਗਰਾਮ ਹੀ ਨਹੀਂ ਸੀ ਜਾਣ ਦਾ ਜੀ। ਚਲੋ
ਗੱਲ ਇੱਧਰ ਨੂੰ ਕਰਦੇ ਹਾਂ ਕਿ ਹਰੀਸ਼ ਰਾਵਤ ਤੇ ਕੈਪਟਨ ਅਮਰਿੰਦਰ ਵਿੱਚੋਂ ਕੌਣ ਜ਼ਿਆਦਾ ਸਾਰਥਿਕ ਜਾਪਦਾ ਹੈ। ਜੀ ਜੇ ਤਾਂ ਪਿਛਲੇ ਇਹਦੇ ਬੈਕਗਰਾਉਂਡ ਦੇ ਵਿੱਚ ਜੋ ਹੋਇਆ, ਜਿਵੇਂ ਹੋਇਆ, ਸਾਰੀਆਂ ਗੱਲਾਂ ਨੂੰ ਨਾਪ ਤੋਲ ਕੇ ਮਿਣ ਕੇ ਤੇ ਜੋ ਲੋਕਤੰਤਰਿਕ ਵਿਵਸਥਾ ਹੈ, ਪਾਰਟੀਆਂ ਦੇ ਆਗੂ ਚੁਣੇ ਜਾਣ ਦੀ, ਲੋਕਾਂ ਦੇ ਵਿੱਚ ਆਪਣੀ ਵੋਟਾਂ ਦੀ ਰਾਜਨੀਤੀ ਨੂੰ ਅੱਗੇ ਲੈ ਕੇ ਜਾਣ ਦੀ, ਜੀ ਤੇ ਉਸ ਹਿਸਾਬ ਨਾਲ ਤੇ ਰਾਵਤ ਹੀ ਜ਼ਿਆਦਾ ਸਾਰਥਿਕ ਜਾਪਦੇ ਨੇ। ਰਾਵਤ ਕੀ ਕਹਿੰਦੇ ਨੇ, ਜਦੋਂ ਕੈਪਟਨ ਅਮਰਿੰਦਰ ਸਿੰਘ ਬਾਰ-ਬਾਰ ਇਹ ਗੱਲ ਕਹਿਣ ਲੱਗ ਪਿਆ ਕਿ ਬੇਇੱਜ਼ਤੀ ਬਰਦਾਸ਼ਤ ਨਹੀਂ ਹੁੰਦੀ, ਕਾਂਗਰਸ ਵਿੱਚ ਮੈਂ ਨਹੀਂ ਰਵਾਂਗਾ, ਭਾਜਪਾ ਵਿੱਚ ਨਹੀਂ ਜਾਣਾ ਪਰ ਕਾਂਗਰਸ ਵਿੱਚ ਵੀ ਨਹੀਂ ਰਹਿਣਾ, ਉਹਨਾਂ ਨੇ ਆਪਣੇ ਨਾਮ ਨਾਲੋਂ ਕਾਂਗਰਸਮੈਨ ਲਿਖਣ ਦਾ ਜਿਹੜਾ ਲਫ਼ਜ਼ ਸੀ ਉਹ ਹਟਾਉਣਾ ਸ਼ੁਰੂ ਕਰ ਦਿੱਤਾ। ਜੀ ਸਪਸ਼ਟ ਸੀ ਕਿ ਉਹ ਕਿਸੇ ਦੂਸਰੀ ਧਿਰ ਵੱਲ ਨੂੰ ਮੂੰਹ ਕਰਨਗੇ। ਹੁਣ ਜਦੋਂ ਕੋਈ ਵੀ ਦੂਸਰੀ ਧਿਰ ਹੋਵੇਗੀ, ਉਹ ਫਿਰ ਜਾਂ ਤਾਂ ਬਿਲਕੁਲ ਵਿਰੋਧੀ ਧਿਰ ਹੋਵੇਗੀ, ਦੂਸਰਾ ਪਾਸਾ ਰਾਈਟ ਵਿੰਗ ਜੋ ਕਿ ਭਾਜਪਾ ਹੈ, ਤੇ ਜਾਂ ਪੰਜਾਬ ਦੀ ਸਿਆਸਤ ਦੇ ਹਿਸਾਬ ਨਾਲ ਅਕਾਲੀ ਦਲ ਹੈ ਜਾਂ ਕੋਈ ਹੋਰ ਹੈ। ਪਰ ਉਹਨਾਂ ਨੇ ਸ਼ਾਇਦ ਇੱਕ ਵੱਖਰਾ ਤੀਸਰਾ ਰਾਹ ਚੁਣਨ ਦੀ ਗੱਲ ਅਜੇ ਉਹ ਕਰ ਰਹੇ ਨੇ, ਜਿਸ 'ਤੇ ਕੋਈ ਬਹੁਤਾ ਉਹਨਾਂ ਨੇ ਜਾਣਕਾਰੀ ਸਾਂਝੀ ਨਹੀਂ ਕੀਤੀ, ਪਰ ਉਹਨਾਂ ਦੇ ਨੇੜਲੇ ਕੁਝ ਲੋਕ ਦੱਸਦੇ ਨੇ ਕਿ ਉਹ ਪਾਰਟੀ ਬਣਾ ਸਕਦੇ ਨੇ ਹੋਰ। ਕੈਪਟਨ ਅਮਰਿੰਦਰ ਸਿੰਘ ਬੇਇੱਜ਼ਤੀ ਲਫ਼ਜ਼ ਪਹਿਲੇ ਦਿਨ ਤੋਂ ਵਰਤਣਾ ਉਹਨਾਂ ਸ਼ੁਰੂ ਕੀਤਾ ਜਦੋਂ ਤੋਂ ਅਸਤੀਫਾ ਦੇ ਕੇ ਨਿਕਲੇ ਨੇ। ਆਈ ਫੀਲ ਹਿਊਮਿਲੀਏਟਡ। ਠੀਕ ਹੈ, ਲੱਗਦਾ ਹੋਵੇਗਾ, ਪਰ ਵਿਵਸਥਾ ਇਹ ਹੋਈ ਆ। ਕਹਿੰਦੇ ਨੇ ਕਿ ਯੂ ਲਿਵ ਬਾਈ ਦ ਸੋਰਡ, ਯੂ ਡਾਈ ਬਾਈ ਦ ਸੋਰਡ। ਤਲਵਾਰ ਦੀ ਧਾਰ 'ਤੇ ਜੀਓਗੇ ਤੇ ਤਲਵਾਰ ਦੀ ਧਾਰ 'ਤੇ ਮਰੋਗੇ। ਇਹ ਇਸ ਦਾ ਪੰਜਾਬੀ ਦਾ ਅਰਥ ਹੈ। ਉਹਨਾਂ ਨੇ ਵਿਸ਼ਵਾਸ ਹਾਸਲ ਕੀਤਾ ਹੋਇਆ ਸੀ ਲੋਕਾਂ ਦਾ। ਵੋਟ ਵੀ ਉਹਨਾਂ ਦੇ ਨਾਂ ਨੂੰ ਮਿਲੇ ਪੰਜਾਬ 'ਚ, ਤੇ ਵੋਟਾਂ ਇਕੱਲੇ ਵਿਅਕਤੀ ਨੇ ਵਿਸ਼ਵਾਸ ਤੇ ਬਹੁਤਿਆਂ ਨੇ ਹਾਸਲ ਕੀਤਾ। ਕਈ ਆਜ਼ਾਦ ਉਮੀਦਵਾਰ ਵੀ ਜਿੱਤ ਜਾਂਦੇ ਨੇ ਵਾਅਦੇ ਕਰਕੇ। ਉਹਨਾਂ ਨੇ ਆਪਣੇ ਇਲਾਕੇ ਦਾ ਵਿਸ਼ਵਾਸ ਹਾਸਲ ਕੀਤਾ ਹੁੰਦਾ ਹੈ। ਫਿਰ ਸਰਕਾਰ ਨੇ ਫੈਸਲੇ ਲੈਣੇ ਹੁੰਦੇ ਨੇ, ਸਰਕਾਰ ਨੇ ਕੁਝ ਕਰਨਾ ਹੁੰਦਾ, ਅੱਗੇ ਗੱਡੀ ਤੋਰਨੀ ਹੁੰਦੀ ਹੈ, ਰੇੜਨੀ ਹੁੰਦੀ ਹੈ। ਸੰਗਤ ਸਿੰਘ ਗਿਲਜੀਆਂ ਜੋ ਇਸ ਵੇਲੇ ਮੰਤਰੀ ਬਣੇ ਨੇ, ਉਹ ਪਹਿਲਾਂ ਆਜ਼ਾਦ ਜਿੱਤੇ ਸਨ ਆਪਣੇ ਹਲਕੇ ਤੋਂ, ਕਾਂਗਰਸ ਵਿੱਚ ਤੇ ਬਾਅਦ 'ਚ ਸ਼ਾਮਲ ਹੋਏ ਨੇ। ਤੇ ਕੈਪਟਨ ਸਾਹਿਬ ਦੇ ਗੁਣ ਗਾਉਂਦੇ ਹੁੰਦੇ ਸੀ ਉਦੋਂ ਵੀ। ਕਾਂਗਰਸ ਤੋਂ ਟਿਕਟ ਨਹੀਂ ਮਿਲੀ ਤੇ ਆਜ਼ਾਦ ਖੜੇ ਹੋ ਗਏ ਤੇ ਜਿੱਤ ਗਏ। ਇਸ ਤਰ੍ਹਾਂ ਦੇ ਬਹੁਤ ਸਾਰੀਆਂ ਉਦਾਹਰਨਾਂ ਨੇ। ਪਰ ਕੈਪਟਨ ਸਾਹਿਬ ਸ਼ਾਇਦ ਇਹ ਭੁੱਲ ਗਏ ਕਿ ਜਿਸ ਲੋਕਤੰਤਰਿਕ ਵਿਵਸਥਾ ਨੇ ਮੈਨੂੰ ਚੁਣਿਆ, ਉਸੇ ਦੇ ਵਿੱਚ ਮੈਂ ਵਿਸ਼ਵਾਸ ਵੀ ਬਣਾ ਕੇ ਰੱਖਣਾ ਹੈ, ਤੇ ਫੇਰ ਹੀ ਮੈਂ ਬਣਿਆ ਰਹਿ ਸਕਦਾ, ਨਹੀਂ ਤੇ ਮੈਨੂੰ ਇਹ ਗੱਦੀ ਛੱਡਣੀ ਪਏਗੀ। ਉਹ ਛੱਡਣੀ ਪੈ ਗਈ ਆ। ਰਾਵਤ ਇਹ ਕਹਿੰਦੇ ਨੇ ਕਿ ਦੇਖੋ ਜੀ, ਕੈਪਟਨ ਅਮਰਿੰਦਰ ਸਿੰਘ ਇਹ ਜਿਹੜੀ ਗੱਲ ਕਰਦੇ ਨੇ ਕਿ ਮੇਰਾ ਅਪਮਾਨ ਕੀਤਾ ਗਿਆ, ਅਸੀਂ ਕੋਈ ਅਪਮਾਨ ਨਹੀਂ ਕੀਤਾ, ਉਹ ਗੱਲ ਹੋਰ ਸੈਂਸ ਤੋਂ ਕਰ ਰਹੇ ਨੇ। ਉਹ ਇਸ ਗੱਲੋਂ ਕਹਿ ਰਹੇ ਨੇ ਕਿ ਸ਼ਾਇਦ ਸੋਨੀਆ ਗਾਂਧੀ ਨੇ ਜਾਂ ਕਿਸੇ ਨੇ ਉਹਨਾਂ ਨੂੰ ਕੋਈ ਮੰਦਾ ਚੰਗਾ ਬੋਲਿਆ ਤੇ ਜਾਂ ਉਹਨਾਂ ਨੂੰ ਧਮਕੀ ਦੇ ਕੇ ਉਤਾਰਿਆ। ਉਹ ਇਹ ਗੱਲ ਕਰਦੇ ਨੇ ਕਿ ਅਸੀਂ ਕੁਝ ਨਹੀਂ ਕਿਹਾ। CLP ਦੀ ਮੀਟਿੰਗ ਸੀ ਤੇ ਉੱਥੇ ਇਹਨਾਂ ਨੂੰ ਵੀ ਬੁਲਾਇਆ ਗਿਆ ਸੀ, ਇਹ ਗਏ ਨਹੀਂ ਤੇ ਇਹਨਾਂ ਨੇ ਪਹਿਲਾਂ ਅਸਤੀਫਾ ਦੇ ਦਿੱਤਾ। ਮੀਟਿੰਗ ਵਿੱਚ ਖੋਰੇ ਕੀ ਹੋਣਾ ਸੀ। ਚਲੋ, ਕੈਪਟਨ ਸਾਹਿਬ ਕਹਿੰਦੇ ਨੇ ਮੈਨੂੰ ਬੁਲਾਇਆ ਨਹੀਂ। ਹੁਣ ਇਹਨਾਂ ਵਿੱਚ ਇੱਥੇ ਥੋੜ੍ਹਾ ਫਰਕ ਆ ਜਾਂਦਾ ਗੱਲ ਦਾ। ਇਹਨਾਂ ਵਿੱਚੋਂ ਸੱਚਾ ਕੌਣ ਹੈ, ਦੋਵਾਂ 'ਚੋਂ ਜਾਣਦਾ ਜੇ ਜਾਣਦੇ ਨੇ ਕਿ ਕਿਹਨੂੰ ਬੁਲਾਇਆ ਗਿਆ ਤੇ ਕਿਹਨੂੰ ਨਹੀਂ ਬੁਲਾਇਆ ਗਿਆ। ਤੇ ਕੈਪਟਨ ਅਮਰਿੰਦਰ ਸਿੰਘ ਵਿਧਾਇਕ ਦਲ ਦੀ ਮੀਟਿੰਗ ਬੁਲਾਉਣ ਤੋਂ ਆਨਾਕਾਨੀ ਕਰ ਰਹੇ ਸੀ, ਉਸ ਤੋਂ ਟਾਲ ਮਟੋਲਾ ਵੱਟ ਰਹੇ ਸੀ ਕਿ ਕਿਸੇ ਤਰ੍ਹਾਂ ਨਾ ਹੀ ਹੋਵੇ ਤੇ ਚੰਗੀ ਗੱਲ ਹੈ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇੱਥੇ ਕੀ ਹੋਣ ਵਾਲਾ। ਹੁਣ ਹਰੀਸ਼ ਰਾਵਤ ਕਹਿੰਦੇ ਨੇ ਕਿ ਉਹ ਭਾਜਪਾਈਆਂ ਨੂੰ ਮਿਲ ਕੇ, ਜੋ ਕਿ ਕਿਸਾਨ ਵਿਰੋਧੀ ਲੋਕ ਹਨ, ਇੱਕ ਸਾਡਾ ਜਿਹੜਾ ਢਾਂਚਾ ਹੈ, ਕਾਂਗਰਸ ਦਾ ਜੋ ਚਿਹਰਾ ਹੈ, ਉਹ ਧਰਮ ਨਿਰਪੱਖ ਹੋਣ ਦਾ, ਉਸ ਨੂੰ ਢਾਹ ਲਾ ਰਹੇ ਨੇ। ਉਹ ਚੰਗੀ ਗੱਲ ਨਹੀਂ, ਉਹਨਾਂ ਨੂੰ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ। ਕੋਈ ਵੀ ਕਹਿ ਰਹੇ ਨੇ ਕਿ ਭਾਜਪਾ ਦਾ ਮੁਖੌਟਾ ਬਣਨ ਦੀ ਕੋਸ਼ਿਸ਼ ਕਰ ਰਹੇ ਨੇ। ਇਹੋ ਗੱਲ ਹੈ ਕਿ ਜਦੋਂ ਉਹਨਾਂ ਨੂੰ ਤੁਸੀਂ ਮਿਲਣ ਜਾਂਦੇ ਹੋ ਤੇ ਉਹਨਾਂ ਦੇ ਖਿਲਾਫ ਤੁਸੀਂ ਬੋਲਣਾ ਬੰਦ ਕਰ ਦਿੰਦੇ ਹੋ ਤੇ ਕਿਸਾਨ ਅੰਦੋਲਨ ਦੀ ਇੱਕ ਗੱਲ ਕਰਨ ਲੱਗ ਪੈਂਦੇ ਹੋ ਕਿ ਵਾਪਸ ਲਓ, ਕਾਨੂੰਨ ਵਾਪਸ ਲੈ ਲਓ। ਹੁਣ ਤੁਸੀਂ ਮੁੱਖ ਮੰਤਰੀ ਹੁੰਦੇ ਆ, ਉਹਨਾਂ ਨੂੰ ਕਿੰਨੀ ਵਾਰੀ ਮੀਟਿੰਗ ਕਰਕੇ ਗੱਲ ਆਖੀ ਹੈ। ਤੇ ਹੁਣ ਤੇ ਕਿਸ ਕਪੈਸਿਟੀ ਵਿੱਚ ਜਾਂਦੇ ਹੋ ਤੁਸੀਂ ਜਾਣਦੇ ਹੋ, ਅਮਿਤ ਸ਼ਾਹ ਜਾਣਦੇ ਨੇ। ਹੁਣ ਉੱਥੇ ਜਿਹੜੀਆਂ ਗੱਲਾਂ ਅੰਦਰ ਹੋਈਆਂ ਸਾਨੂੰ ਤਾਂ ਨਹੀਂ ਪਤਾ, ਪਰ ਜੋ ਅੰਦਾਜ਼ੇ ਲੱਗੇ ਨੇ, ਜੋ ਦੱਸਿਆ ਉਹਨਾਂ ਨੇ, ਉੱਥੋਂ ਹੀ ਦੱਸ ਸਕਦੇ ਹਾਂ। ਹਰੀਸ਼ ਰਾਵਤ ਨੇ ਉਹਨਾਂ ਤੇ ਤਿੱਖਾ ਹਮਲਾ ਬੋਲਿਆ ਤੇ ਉਹਨਾਂ ਨੂੰ ਕਿਹਾ ਕਿ ਉਹ ਕਿਸੇ ਦਬਾਅ ਦੇ ਹੇਠ ਜਿਹੜੇ ਨੇ ਸਾਰੀ ਬਿਆਨਬਾਜ਼ੀ ਕਰ ਰਹੇ ਨੇ, ਅਸੀਂ ਉਹਨਾਂ ਦਾ ਕੋਈ ਅਪਮਾਨ ਨਹੀਂ ਕੀਤਾ। ਹੁਣ ਕੈਪਟਨ ਸਾਹਿਬ ਕੀ ਕਹਿੰਦੇ ਨੇ ਕਿ ਦੇਖੋ ਸਾਰੀ ਦੁਨੀਆ ਦੇ ਸਾਹਮਣੇ ਹੋਇਆ, ਸਭ ਕੁਝ ਹੋਇਆ ਤੇ ਮੇਰੀ ਬੇਇੱਜ਼ਤੀ ਨਹੀਂ ਸੀ, ਹੋਰ ਕੀ ਸੀ। ਉਹ ਕਹਿੰਦੇ ਸਾਰੇ ਲੋਕਾਂ ਨੇ ਮੇਰੀ ਬੇਇੱਜ਼ਤੀ, ਸਾਰੇ ਲੋਕਾਂ ਨੇ ਬੇਇੱਜ਼ਤੀ ਦੇਖੀ ਹੈ। ਹੁਣ ਉਹ ਦੂਸਰੇ, ਜਿਵੇਂ ਪਹਿਲਾਂ ਦੱਸਿਆ, ਉਹ ਕਹਿ ਰਹੇ ਨੇ ਕਿ ਜਿਵੇਂ ਕਾਂਗਰਸ ਹਾਈ ਕਮਾਨ ਨੇ ਉਹਨਾਂ ਨੂੰ ਕਿਸੇ ਗੱਲ ਦੀ ਕੋਈ ਗੱਲ, ਕਿਸੇ ਨੇ ਗਲਤ ਫਲਤ ਬੋਲਿਆ ਹੋਵੇ, ਉਸ ਤਰ੍ਹਾਂ ਦੀ ਬੇਇੱਜ਼ਤੀ ਦੀ ਗੱਲ ਕਰ ਰਹੇ ਨੇ। ਤੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਦੇਖੋ ਜੀ, ਮੈਨੂੰ ਲਾਇਆ ਗਿਆ, ਖਿੱਚ ਕੇ ਲਾਇਆ ਗਿਆ, ਮੈਨੂੰ ਬੇਇੱਜ਼ਤ ਕੀਤਾ। ਉਹ ਇਸ ਗੱਲ ਨੂੰ ਬੇਇੱਜ਼ਤੀ ਦੀ ਗੱਲ ਕਰ ਰਹੇ ਨੇ। ਪਰ ਇੱਥੇ ਜ਼ਿਆਦਾ ਜਿਹੜੀ ਗੱਲ ਹੈ ਬੇਇੱਜ਼ਤੀ ਵਾਲੀ ਗੱਲ, ਉਹਨਾਂ ਨੂੰ ਜਿਹੜਾ ਕੰਧ 'ਤੇ ਲਿਖਿਆ ਪਹਿਲਾਂ ਪੜ੍ਹ ਲੈਣਾ ਚਾਹੀਦਾ ਸੀ।
ਹਰੀਸ਼ ਰਾਵਤ ਨੇ ਕਿਹਾ ਕਿ ਮੈਂ ਕੈਪਟਨ ਨਾਲ ਜਿੰਨੀਆਂ ਵੀ ਮੀਟਿੰਗਾਂ ਕੀਤੀਆਂ ਮੈਂ ਸਾਰੇ ਮੁੱਦੇ ਉਹਨਾਂ ਨੂੰ ਯਾਦ ਕਰਾਏ ਜੀ ਕਿ ਨਸ਼ਿਆਂ ਦਾ ਮੁੱਦਾ ਹੈ, ਬੇਅਦਬੀ ਕਾਂਡ ਦਾ ਮੁੱਦਾ ਹੈ, ਗੋਲੀ ਕਾਂਡ ਦੀ ਜਾਂਚ ਹੈ। ਤੁਸੀਂ ਇਹਨਾਂ ਤੇ ਵਾਅਦੇ ਕਰਕੇ ਲੋਕਾਂ ਨੂੰ ਆਏ ਹੋ ਵੋਟਾਂ ਹਾਸਲ ਕਰਕੇ, ਤੁਹਾਨੂੰ ਇਹ ਪੂਰੇ ਕਰਨੇ ਪੈਣਗੇ। ਜੀ ਫਿਰ ਰਾਵਤ ਨੇ ਕਿਹਾ ਕਿ ਵਾਰ-ਵਾਰ ਬਹੁਤ ਸਾਰੇ ਮੰਤਰੀ ਇਹਨਾਂ ਦੀ ਸ਼ਿਕਾਇਤ ਲੈ ਕੇ ਦਿੱਲੀ ਜਾਂਦੇ ਸਨ ਤੇ ਉਹੀ ਗੱਲਾਂ ਕਰਦੇ ਸੀ ਤੇ ਉਹ ਇੱਕੋ ਹੀ ਗੱਲ ਕਹਿੰਦੇ ਸੀ ਕਿ 2022 ਦੀਆਂ ਜੇ ਚੋਣਾਂ ਜਿੱਤਣੀਆਂ ਤੇ ਕੈਪਟਨ ਸਾਹਿਬ ਦੇ ਨਾਂ ਤੇ ਨਹੀਂ ਜਿੱਤ ਹੋ ਸਕਦੀਆਂ, ਇਸ ਕਰਕੇ ਇਹਨਾਂ ਨੂੰ ਬਦਲਣਾ ਜ਼ਰੂਰੀ ਹੈ। ਜੀ ਹੁਣ ਗੱਲ ਤੇ ਅਸਲੀ ਇਹ ਸੀ ਤੇ ਉਹਨਾਂ ਨੇ ਵਾਜਬ ਨਹੀਂ ਸਮਝਿਆ ਤੇ ਵਿਧਾਇਕ ਦਲ ਵਾਲੇ ਦੂਸਰਿਆਂ ਦੀ ਗਿਣਤੀ ਵੱਧ ਗਈ ਤੇ ਸਾਰੇ ਹੋ ਗਏ ਨੇ। ਹੁਣ ਕੈਪਟਨ ਅਮਰਿੰਦਰ ਸਿੰਘ ਉਹ ਕਹਿੰਦੇ ਨੇ ਕਿ ਰਾਵਤ ਝੂਠ ਬੋਲਦਾ ਹੈ, ਉਹਨਾਂ ਨੇ ਅਪਮਾਨ ਤੇ ਕੀਤਾ ਹੈ ਮੇਰਾ, ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਸਿੱਧੂ ਵਰਗੇ ਵਿਅਕਤੀ ਨੂੰ ਇੰਨਾ ਲੰਬਾ ਸਮਾਂ ਮੇਰੇ ਖਿਲਾਫ ਪਬਲਿਕ ਪਲੇਟਫਾਰਮ ਤੋਂ ਜਾਂ ਸੋਸ਼ਲ ਮੀਡੀਆ ਤੋਂ ਬੋਲਣ ਦੀ ਇਜਾਜ਼ਤ ਕਿਉਂ ਦਿੱਤੀ ਗਈ। ਮਤਲਬ ਕਿ ਉਹਨੂੰ ਨਹੀਂ ਰੋਕਿਆ ਗਿਆ ਤੇ ਉਹ ਵੀ ਅਪਮਾਨ ਤੇ ਲੈ ਗਏ ਨੇ। ਬਿਲਕੁਲ ਨਹੀਂ, ਅਸਲ 'ਚ ਇਸ ਤਰ੍ਹਾਂ ਹੁੰਦਾ ਜਦੋਂ ਕੋਈ ਪਾਰਟੀ ਇੰਨੀ ਤਾਕਤਵਰ ਹੋਵੇ, ਜੀ ਜਦੋਂ ਉਹਨਾਂ ਦੀ ਹਾਈ ਕਮਾਂਡ ਜਾਂ ਉਹਦੇ ਕੋਲ ਤਾਕਤ ਇੰਨੀ ਹੋਵੇ ਤੇ ਕੋਈ ਮੂੰਹ ਚੋਂ ਗੱਲ ਕੱਢਦਾ ਹੈ, ਉਹਨਾਂ ਨੂੰ ਸਵਾਲ ਕਰਦਾ ਹੈ ਤੇ ਅਗਲੇ ਦਿਨ ਉਸ ਨੂੰ ਕਾਰਨ ਦੱਸੋ ਨੋਟਿਸ ਜਿਹੜਾ ਜਾਰੀ ਕਰ ਦਿੱਤਾ ਜਾਂਦਾ ਕਿ ਭਾਈ ਤੂੰ ਪਾਰਟੀ ਦੀਆਂ ਗਤੀਵਿਧੀਆਂ ਦੇ ਖਿਲਾਫ ਕਿਉਂ ਬੋਲ ਰਿਹਾ। ਜੀ 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 ਪਰ ਨਵਜੋਤ ਸਿੰਘ ਸਿੱਧੂ ਨੇ ਤਾਂ ਬੜੇ ਤਰੀਕੇ ਨਾਲ ਕੈਂਪੇਨ ਚਲਾਈ ਆਪਣੀ। ਬਿਲਕੁਲ ਉਹਨਾਂ ਨੇ ਨਾਮ ਕੈਪਟਨ ਅਮਰਿੰਦਰ ਸਿੰਘ ਦਾ ਪਹਿਲਾਂ ਤਾਂ ਨਹੀਂ ਲਿਆ, ਉਹਨਾਂ ਤੇ ਮੁੱਦਿਆਂ ਦੀ ਗੱਲ ਕਰਦੇ ਰਹੇ ਨੇ। ਜੀ ਦਿਮਾਗ 'ਚ ਉਹਨਾਂ ਦੇ ਦਿਲ 'ਚ ਉਹਨਾਂ ਦੇ ਪਤਾ ਨਹੀਂ ਕੀ ਹੈ, ਪਰ ਗੱਲ ਤੇ ਉਹਨਾਂ ਨੇ ਮੁੱਦਿਆਂ ਦੀ ਕੀਤੀ ਹੈ ਨਾ, ਅਹੁਦਿਆਂ ਦੀ ਨਹੀਂ ਕੀਤੀ ਤੇ ਅਹੁਦੇ ਉਹ ਛੱਡ ਕੇ ਪਾਸੇ ਹੋ ਗਏ ਸੀ। ਤੇ ਕੈਪਟਨ ਸਾਹਿਬ ਨੇ ਵੀ ਇੱਕ ਵਾਰੀ ਐਕਸਪਲੇਨ ਕਰਨ ਦਾ ਯਤਨ ਤਾਂ ਕਿਤੇ ਨਹੀਂ ਕੀਤਾ ਕਿ ਨਵਜੋਤ ਸਿੰਘ ਸਿੱਧੂ ਕਿਉਂ ਗੁੱਸੇ ਹੋ ਕੇ ਗਏ ਨੇ ਜੀ ਜਾਂ ਕਿਉਂ ਉਹਨਾਂ ਨੇ ਅਹੁਦਾ ਛੱਡਿਆ। ਤੇ ਜਿਹੜੇ ਮੁੱਦੇ ਉਹ ਉਠਾ ਰਹੇ ਸੀ, ਤੁਸੀਂ ਜਿਹੜੇ ਪਲੇਟਫਾਰਮ ਤੋਂ ਨਵਜੋਤ ਸਿੰਘ ਸਿੱਧੂ ਬੋਲ ਰਹੇ ਸੀ, ਜੀ ਜਿਹੜੇ ਪਬਲਿਕ ਪਲੇਟਫਾਰਮ ਤੋਂ, ਉਸ ਤੋਂ ਵੱਡਾ ਪਲੇਟਫਾਰਮ ਤੇ ਮੁੱਖ ਮੰਤਰੀ ਦੇ ਕੋਲ ਸੀ, ਉਹ ਵੀ ਬੋਲਦੇ ਕਿਤੇ। ਜੀ ਉਹ ਆਪਣੇ ਪੇਜ ਤੋਂ ਬੋਲਦੇ, ਆਪਣੇ ਸੋਸ਼ਲ ਮੀਡੀਆ ਦੇ ਥਰੂ ਟਵੀਟ ਕਰਦੇ, ਕੁਝ ਵੀ ਕਰਦੇ, ਜਾਣਕਾਰੀ ਦਿੰਦੇ ਲੋਕਾਂ ਨੂੰ ਭਾਈ ਇੱਥੇ ਗੱਲ ਪਹੁੰਚੀ ਹੈ। ਜੀ ਉਹ ਅਦਾਲਤਾਂ ਦੇ ਵਿੱਚੋਂ ਕੇਸ ਵਾਪਸ ਆਉਣ ਲੱਗ ਪਏ, ਬਿਜਲੀ ਸਮਝੌਤਿਆਂ ਦੇ ਬਾਰੇ ਕੁਝ ਹੋ ਨਾ ਸਕਿਆ, ਲੋਕਾਂ ਦਾ ਰਾਹ ਨਿਕਲ ਗਿਆ। ਗਰਮੀ ਦੇ ਮੌਸਮ ਦੇ ਵਿੱਚ ਲੰਬੇ ਕੱਟ ਲੱਗਣੇ ਸ਼ੁਰੂ ਹੋ ਗਏ, ਕੋਈ ਜਵਾਬ ਨਾ ਆਇਆ ਤੇ ਫਿਰ ਕਰਨਾ ਕੀ ਸੀ। ਰੇਤ ਮਾਫੀਆ ਉਵੇਂ ਹੀ ਚੱਲਦਾ ਰਿਹਾ, ਟਰਾਂਸਪੋਰਟ ਮਾਫੀਆ ਉਵੇਂ ਹੀ ਚੱਲਦਾ ਰਿਹਾ, ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਹੀਂ ਕੀਤਾ। ਇਹ ਗੱਲ ਸੱਚ ਹੈ ਤੇ ਫਿਰ ਖਾਮਿਆਜ਼ਾ ਉਹਨਾਂ ਨੂੰ ਭੁਗਤਣਾ ਪੈਣਾ ਸੀ। ਫਿਰ ਉਹਨਾਂ ਨੇ ਕਿਹਾ ਕਿ ਬਾਗੀਆਂ ਨੂੰ ਇੰਨੀ ਖੁੱਲ੍ਹ ਦੇਣ ਦਾ ਕੀ ਮਤਲਬ ਹੈ ਮੇਰੇ ਖਿਲਾਫ। ਬਿਲਕੁਲ ਬਾਗੀਆਂ ਨੂੰ ਖੁੱਲ੍ਹ ਦੇਣ ਦਾ ਮਤਲਬ ਨਹੀਂ ਹੈ, ਗੱਲ ਤੇ ਗਿਣਤੀ ਦੀ ਹੈ। ਤੁਸੀਂ ਵੱਧ ਵੋਟਾਂ ਲੈ ਕੇ ਮੈਜੋਰਿਟੀ ਲੈ ਕੇ ਬਣੇ ਹੋ, ਜਿੱਧਰ ਗਿਣਤੀ ਵੱਧ ਜਾਵੇਗੀ ਉਹੀ ਪਾਸਾ ਭਾਰੀ ਹੋਣਾ ਹੈ। ਤੇ ਸੌਰੀ ਕੈਪਟਨ ਸਾਹਿਬ, ਇਸ ਵੇਲੇ ਤੁਹਾਡਾ ਪਾਸਾ ਭਾਰੀ ਨਹੀਂ ਸੀ, ਤੁਸੀਂ ਹਲਕੇ ਪੈ ਚੁੱਕੇ ਸੀ। ਸਿਆਸਤ ਕਿਸੇ ਦੀ ਸਕੀ ਨਹੀਂ। ਸੋ ਸਿਆਸਤ ਸਕੀ ਨਹੀਂ ਤੇ ਸਾਰਥਿਕਤਾ ਵਾਲਾ ਜਿਹੜਾ ਸਵਾਲ ਸੀ ਤੁਹਾਡਾ, ਉਹ ਹਰੀਸ਼ ਰਾਵਤ ਹੀ ਇੱਥੇ ਜ਼ਿਆਦਾ ਸਾਰਥਿਕ ਲੱਗ ਰਿਹਾ। ਜੀ ਕੈਪਟਨ ਅਮਰਿੰਦਰ ਸਿੰਘ ਹੁਣ ਕਿਹੜੀ ਨਵੀਂ ਪਾਰਟੀ ਬਣਾਉਣਗੇ, ਹੁਣੇ ਹੀ ਦੱਸਦੇ ਹਾਂ ਤੁਹਾਨੂੰ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਸੁਣਿਆ ਵੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਕਾਸ ਪਾਰਟੀ ਆਪਣੀ ਬਣਾ ਰਹੇ ਨੇ। ਕਿਹੜਾ ਵਿਕਾਸ ਕਰਨਾ ਇਹਨਾਂ ਦੀ ਪਾਰਟੀ ਨੇ ਜਿਹੜਾ 9.5 ਸਾਲਾਂ ਦਾ ਰਾਜ ਭਾਗ ਭੋਗ ਕੇ ਕੈਪਟਨ ਕੋਲੋਂ ਨਹੀਂ ਹੋਇਆ? ਦੇਖੋ, ਗੱਲ ਇਹ ਹੈ, ਇੱਕ ਪਹਿਚਾਣ ਬਣਾਉਣ ਦੀ ਗੱਲ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਜਦੋਂ ਵੀ ਕਿਤੇ ਕੋਈ ਚੰਗਾ ਚਿਹਰਾ ਇੱਕ ਲੱਭ ਲੈਂਦੀ ਹੈ ਜੀ, ਫਿਰ ਉਸ ਤੋਂ ਬਾਅਦ ਉੱਥੇ ਘਮਸਾਨ ਜ਼ਰੂਰ ਪੈਂਦਾ। ਇੱਕ ਸਟਰੋਂਗ ਚਿਹਰਾ ਜੋ ਕਾਂਗਰਸ ਨੂੰ ਪੰਜਾਬ ਦੇ ਵਿੱਚ ਬੇਅੰਤ ਸਿੰਘ ਦੇ ਰੂਪ ਦੇ ਵਿੱਚ ਮਿਲਿਆ ਸੀ। ਜੀ ਵਿਵਾਦਗ੍ਰਸਤ ਰਹੇ ਉਹ ਆਪਣੇ ਸਮੇਂ ਦੇ ਵਿੱਚ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਬਿਲਕੁਲ ਲੋਕ ਉਹਨਾਂ ਦੇ ਵਿਰੁੱਧ ਸਨ ਜਾਂ ਨਹੀਂ ਸਨ, 2% ਵੋਟਾਂ ਪਈਆਂ, 5 ਪਈਆਂ, 7 ਪਈਆਂ, ਅੱਧੇ ਲੋਕਾਂ ਨੇ ਬਾਈਕਾਟ ਕੀਤਾ ਹੋਇਆ ਸੀ, ਪਈਆਂ ਨੇ, ਮੁੱਖ ਮੰਤਰੀ ਬਣੇ ਨੇ। ਉਹਨਾਂ ਦਾ ਕਤਲ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੇ ਬਾਕੀ ਦਾ ਸਮਾਂ ਕਾਂਗਰਸ ਪਾਰਟੀ ਨੇ ਪੂਰਾ ਕੀਤਾ ਹੈ, ਉਹ ਕਾਂਗਰਸ ਪਾਰਟੀ ਨੂੰ ਵੀ ਪਤਾ ਕਿ ਅਸੀਂ ਕਿਵੇਂ ਉਹ ਸਮਾਂ ਲਗਾਇਆ। ਉਦੋਂ ਤੇ ਹਾਈ ਕਮਾਨ ਵੀ ਮਜ਼ਬੂਤ ਹੁੰਦੀ ਸੀ, ਪਰ ਉਹ ਗੱਲ ਬਣੀ ਨਹੀਂ। ਹਰਚੰਦ ਸਿੰਘ ਬਰਾੜ ਨੂੰ ਬਣਾਇਆ, ਬਗਾਵਤ ਉੱਠ ਪਈ ਬਿਲਕੁਲ ਇਸੇ ਤਰ੍ਹਾਂ ਹੀ, ਤੇ ਬੀਬੀ ਰਜਿੰਦਰ ਕੌਰ ਭੱਠਲ ਆ ਕੇ ਬਹਿ ਗਏ। ਅਗਲੀਆਂ ਚੋਣਾਂ ਹੋਈਆਂ ਤੇ ਲੋਕਾਂ ਨੇ ਅਕਾਲੀ ਦਲ ਨੂੰ ਵੋਟਾਂ ਪਾ ਦਿੱਤੀਆਂ, ਕਾਂਗਰਸ ਪਾਰਟੀ ਬਹੁਤ ਪਿੱਛੇ ਜਾ ਪਈ। ਫਿਰ ਸਮਾਂ ਆ ਗਿਆ ਕਿ ਕਾਂਗਰਸ ਪਾਰਟੀ ਨੂੰ ਨਵੇਂ ਚਿਹਰੇ ਦੀ ਤਲਾਸ਼ ਸੀ। ਕੈਪਟਨ ਅਮਰਿੰਦਰ ਸਿੰਘ ਉਦੋਂ ਅਕਾਲੀ ਦਲ ਵਿੱਚ ਸਨ। ਅਕਾਲੀ ਦਲ ਬਾਦਲ ਸਾਹਿਬ ਦੀ ਸਰਪ੍ਰਸਤੀ ਸੀ ਤੇ ਉਹਨਾਂ ਨੇ ਜ਼ਿਆਦਾ ਕਿਸੇ ਨੂੰ ਉੱਠਣ ਨਹੀਂ ਦਿੱਤਾ, ਇਹ ਸਾਰਿਆਂ ਨੂੰ ਪਤਾ ਹੈ।
ਤੇ ਕੈਪਟਨ ਅਮਰਿੰਦਰ ਸਿੰਘ ਵੀ ਖੂੰਜੇ ਲੱਗੇ ਰਹੇ ਤੇ ਫਿਰ ਉਹਨਾਂ ਨੇ ਇੱਕ ਆਪਣਾ ਅਕਾਲੀ ਦਲ ਬਣਾ ਲਿਆ। ਫਿਰ ਸਮੇਂ ਨੇ ਗੇੜ ਬਦਲਿਆ ਤੇ ਕੈਪਟਨ ਅਮਰਿੰਦਰ ਸਿੰਘ ਨੇ 360 ਡਿਗਰੀ ਮੋੜ ਕੱਟਿਆ, ਕਿਉਂਕਿ ਪਹਿਲਾਂ ਵੀ ਕਾਂਗਰਸ ਵਿੱਚ ਸਨ ਜੀ ਤੇ ਉਹਨਾਂ ਨੇ ਕਾਂਗਰਸ ਜੁਆਇਨ ਕਰ ਲਈ ਤੇ ਕਾਂਗਰਸ ਦੇ ਪ੍ਰਧਾਨ ਚੁਣੇ ਗਏ ਤੇ ਆਉਂਦੀਆਂ ਚੋਣਾਂ ਦੇ ਵਿੱਚ ਉਹ ਮੁੱਖ ਮੰਤਰੀ ਵਜੋਂ ਕਾਂਗਰਸ ਦੇ ਚਿਹਰੇ ਵਜੋਂ ਪੇਸ਼ ਕੀਤੇ ਗਏ ਤੇ ਜਿੱਤ ਗਏ। ਜੀ ਫਿਰ 10 ਸਾਲ ਕੈਪਟਨ ਅਮਰਿੰਦਰ ਸਿੰਘ ਨੂੰ ਘਰ ਬੈਠਣਾ ਪਿਆ ਕਿ 2 ਵਾਰੀ ਅਕਾਲੀਆਂ ਨੇ ਸਰਕਾਰ ਲਗਾਤਾਰ ਬਣਾ ਲਈ। ਬਿਲਕੁਲ। ਤੀਸਰੀ ਵਾਰੀ ਫਿਰ ਨਾਰਾ ਆਇਆ, ਇੱਕ ਵਾਰ ਫਿਰ ਕੈਪਟਨ ਸਰਕਾਰ। ਉਹ ਕੈਪਟਨ ਦੇ ਕ੍ਰਿਸ਼ਮੇ ਨਾਲੋਂ ਜ਼ਿਆਦਾ ਵਾਅਦਿਆਂ ਦੀ ਗੱਲ ਤੇ ਹੈ। ਕਰਜ਼ਾ ਮਾਫੀ ਦਾ ਵਾਅਦਾ, ਰੁਜ਼ਗਾਰ ਦਾ ਵਾਅਦਾ, ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਵਾਅਦਾ, ਨਸ਼ਿਆਂ ਨੂੰ ਖਤਮ ਕਰਨ ਦਾ ਵਾਅਦਾ। ਤੇ ਵਾਅਦੇ ਤੇ ਪਤਾ ਨਹੀਂ ਕਿੰਨੇ ਅਸੀਂ ਜੇ ਗਿਣਨ ਲੱਗੀਏ ਤੇ ਬਹੁਤ ਸਨ। ਜੀ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਹੈ, ਬਿਲਕੁਲ ਉਸ ਦਾ ਵੀ ਅਸਰ ਹੋਇਆ ਤੇ ਆਮ ਆਦਮੀ ਪਾਰਟੀ ਦਾ ਉਭਾਰ ਹੋਇਆ ਵੀ, ਪਰ ਉਹਨਾਂ ਦੀਆਂ ਆਪਣੀਆਂ ਗਲਤੀਆਂ ਕਰਕੇ ਉਹ ਕਮਜ਼ੋਰ ਪੈ ਗਏ, ਪੇਤਲੇ ਪੈ ਗਏ। ਤੇ ਬੇਅਦਬੀ ਕਾਂਡ, ਕੋਟਕਪੂਰਾ ਗੋਲੀ ਕਾਂਡ, ਬਹਿਬਲ ਕਲਾਂ ਗੋਲੀ ਕਾਂਡ ਤੇ ਬੇਰੁਜ਼ਗਾਰੀ ਤੇ ਹੋਰ ਮੁੱਦੇ, ਨਸ਼ਾਖੋਰੀ ਜੋ ਵੀ ਸੀ, ਮਾਫੀਆ ਰਾਜ, ਇਹ ਸਾਰੀ ਚੀਜ਼ਾਂ ਦਾ ਭਾਰ ਅਕਾਲੀ ਦਲ ਨੂੰ ਲੈ ਡੱਬਾ ਤੇ ਉਹ ਤੀਸਰੀ ਥਾਂ ਤੇ ਖਿਸਕ ਗਿਆ। ਜੀ ਕੈਪਟਨ ਅਮਰਿੰਦਰ ਸਿੰਘ ਇੱਕ ਵਾਰੀ ਫੇਰ ਆ ਕੇ ਬੈਠ ਗਏ, ਪਰ ਉਹਨਾਂ ਨੂੰ ਸਮਹਾਉ ਇਸ ਤਰ੍ਹਾਂ ਲੱਗਣ ਲੱਗ ਪਿਆ ਕਿ ਮੈਂ ਕਲਟ ਸਟੇਟਸ ਜਿਹੜਾ ਆ ਇੱਕ ਬਣਾ ਲਿਆ ਆਪਣਾ, ਕਿ ਮੈਂ ਆਪਣੇ ਆਪ ਨੂੰ ਜਿਵੇਂ ਕਹਿੰਦੇ ਨੇ ਕਿ ਇੰਦਰਾ ਦੇ ਗਾਂਧੀ ਦੇ ਸਮੇਂ ਤੇ ਕਹਿੰਦੇ ਸੀ, ਇੰਦਰਾ ਇਜ਼ ਇੰਡੀਆ ਐਂਡ ਇੰਡੀਆ ਇਜ਼ ਇੰਦਰਾ। ਬਿਲਕੁਲ। ਇਹਨਾਂ ਨੂੰ ਲੱਗਾ ਕਿ ਪੰਜਾਬ ਕਾਂਗਰਸ ਮਤਲਬ ਕੈਪਟਨ, ਕਿਉਂਕਿ ਉਹ ਲੋਕਾਂ ਨੂੰ ਇੱਕ ਵਾਰੀ ਸਾਬਤ ਵੀ ਕਰ ਚੁੱਕੇ ਸੀ। ਪਾਣੀਆਂ ਦੇ ਰਾਖੇ ਦਾ ਉਹਨਾਂ ਨੇ ਇੱਕ ਖਿਤਾਬ ਹਾਸਲ ਕਰ ਲਿਆ, ਬਣਿਆ ਕੁਝ ਨਹੀਂ ਅਜੇ ਤੱਕ, ਇਸ ਗੱਲ ਦਾ ਤਾਂ ਚਲੋ ਠੀਕ ਹੈ। ਜੀ ਪਰ ਜਿਵੇਂ ਅਰੁਣ ਜੇਟਲੀ ਨੂੰ ਉਹਨਾਂ ਨੇ ਹਰਾਇਆ, ਉਸ ਤੋਂ ਵੀ ਉਹਨਾਂ ਦਾ ਬੜਾ ਅਸਰ ਸੂਖ ਪੈਦਾ ਹੋਇਆ ਲੋਕਾਂ ਦੇ ਵਿੱਚ। ਤੇ ਫਿਰ ਉਹਨਾਂ ਨੇ ਸਿਰਫ ਉਹਨਾਂ ਨੂੰ ਹਰਾਉਣ ਦੀ ਖਾਤਰ ਉੱਥੇ ਜਾ ਕੇ ਇਲੈਕਸ਼ਨ ਲੜੀ ਸੀ ਤੇ ਲੋਕ ਸਭਾ ਵਿੱਚ ਹਾਜ਼ਰੀ ਵੀ ਨਾ ਲਾਈ ਬਿਲਕੁਲ। ਤੇ ਫਿਰ ਸੀਟ ਛੱਡ ਦਿੱਤੀ, ਕਿਉਂਕਿ ਵਿਧਾਨ ਸਭਾ ਚੋਣਾਂ ਆ ਗਈਆਂ ਸੀ, ਉੱਥੋਂ ਕੋਈ ਬਹੁਤਾ ਵਧੀਆ ਇਮੇਜ ਨਹੀਂ ਬਣਿਆ। ਜੀ ਚਲੋ ਠੀਕ ਹੈ, ਪਰ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਇਨਵਿੰਸੀਬਲ, ਮਤਲਬ ਜਿਵੇਂ ਕਹਿੰਦੇ ਨੇ ਕਿ ਅਜੇਤੂ ਸਮਝ ਬੈਠੇ ਸਨ ਕਿ ਮੈਨੂੰ ਹੁਣ ਕੋਈ ਚੈਲੰਜ ਨਹੀਂ ਕਰ ਸਕਦਾ। ਇਸ ਚੀਜ਼ ਨੇ ਉਹਨਾਂ ਨੂੰ ਨੁਕਸਾਨ ਉਠਾਇਆ ਉਹਨਾਂ ਦਾ। ਔਰ ਇਹ ਗੱਲ ਪੱਕੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ ਜਿਹੜਾ ਸੀ ਉਹ ਇੰਨਾ ਮੁਸ਼ਕਿਲ ਸੀ ਕਾਂਗਰਸੀ ਆਗੂਆਂ ਵਾਸਤੇ, ਮੰਤਰੀਆਂ ਵਾਸਤੇ ਤੇ ਵਰਕਰਾਂ ਵਾਸਤੇ, ਵੀ ਜਿਵੇਂ ਪਤਾ ਨਹੀਂ ਕਿੱਥੇ ਦਾ ਵੀਜ਼ਾ ਲੈਣਾ ਪਏਗਾ ਤੇ ਫੇਰ ਹੀ ਜਾ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਹੋ ਸਕਦੀ ਹੈ। ਜੀ ਤੇ ਉਹਨਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਕੋਈ ਯੋਗ ਜਿਹੜਾ ਸੀ, ਇੱਕ ਵਰਣਨਯੋਗ ਕੰਮ ਸੀ, ਉਹ ਨਹੀਂ ਕਰ ਸਕੇ। ਇਸ ਗੱਲ ਦਾ ਸਾਨੂੰ ਪਤਾ ਹੈ। ਫਿਰ ਬਗਾਵਤ ਉੱਠਦੀ ਹੈ ਤੇ ਹੁਣ ਉਹ ਸ਼ਾਇਦ ਉਸੇ ਹੀ ਇੱਕ ਮੁਦਰਾ ਦੇ ਵਿੱਚ, ਉਸੇ ਹੀ ਇੱਕ ਭਰਮ ਦੇ ਵਿੱਚ ਨਵਾਂ ਅਕਸ ਪਾਲਣ ਦੀ ਕੋਸ਼ਿਸ਼। ਜੀ ਨਵਾਂ ਅਕਸ, ਉਹ ਅਕਸ ਤੇ ਆਪਣਾ ਸਮਝਦੇ ਨੇ ਕਿ ਮੇਰਾ ਪੰਜਾਬ ਵਿੱਚ ਅਕਸ ਹੈ। ਉਹ ਰਾਵਤ ਨੂੰ ਵੀ ਉਹਨਾਂ ਨੇ ਕਿਹਾ ਕਿ ਲੋਕ ਮੇਰੇ ਨਾਲ ਨੇ, ਲੋਕ ਮੇਰੇ ਨਾਲ ਨੇ, ਜੇ ਨਾਲ ਹੋਣ ਤੇ ਫਿਰ ਤੁਹਾਨੂੰ ਕੋਈ ਹਟਾ ਨਹੀਂ ਸਕਦਾ। ਜੀ ਉਹ ਤੁਹਾਨੂੰ, ਤੁਸੀਂ ਜਿਹੜੇ ਥੋੜੇ ਬਹੁਤੇ ਪ੍ਰਸ਼ੰਸਕ ਹੁੰਦੇ ਨੇ, ਤੁਸੀਂ ਜ਼ਿਆਦਾ ਸਮਾਂ ਉਹਨਾਂ ਦੇ ਵਿੱਚ ਘਿਰੇ ਰਹਿੰਦੇ ਹੋ ਤੇ ਤੁਹਾਨੂੰ ਵੀ ਉਹ ਪ੍ਰਸ਼ੰਸਾ ਹਰ ਵੇਲੇ ਕਰਦੇ ਨੇ, ਉਹੋ ਜਿਹੀਆਂ ਰਿਪੋਰਟਾਂ ਤੁਹਾਨੂੰ ਲਿਆ ਕੇ ਦਿੰਦੇ ਨੇ। ਜੀ ਤੇ ਫਿਰ ਤੁਸੀਂ ਕੀ ਕਰੋਗੇ? ਫਿਰ ਤੁਹਾਡੇ ਕੋਲ ਸਹੀ ਰਿਪੋਰਟ ਤੇ ਆਏਗੀ ਨਹੀਂ। ਬਾਹਰ ਕੀ ਹਾਲਾਤ ਨੇ, ਉਹ ਹਵਾ ਕਿੱਧਰ ਨੂੰ ਵਗ ਰਹੀ ਹੈ, ਤੁਹਾਨੂੰ ਤਾਂ ਪਤਾ ਨਹੀਂ ਲੱਗੇਗਾ, ਤੁਸੀਂ ਤਾਂ ਮਹਿਲਾਂ ਵਿੱਚ ਰਹਿ ਰਹੇ ਹੋ। ਬਿਲਕੁਲ। ਕੈਪਟਨ ਅਮਰਿੰਦਰ ਸਿੰਘ ਨੇ ਇਹੋ ਹੀ ਹੋਇਆ। ਅਜੇ ਵੀ ਉਹਨਾਂ ਨੂੰ ਅਸਲੀਅਤ ਨੂੰ ਸਮਝਣ ਤੋਂ ਇਨਕਾਰੀ ਨੇ। ਹਾਂ, ਉਹਨਾਂ ਦਾ ਵਜੂਦ ਹੈ। ਮੈਂ ਸਮਝਦਾ ਕਿ ਉਹ ਇੱਕ ਜ਼ਿਆਦਾ ਰਿਸਪੈਕਟਫੁਲ ਡਿਪਾਰਚਰ ਜਿਹੜਾ ਐਗਜ਼ਿਟ ਹੈ ਉਹ ਡਿਜ਼ਰਵ ਕਰਦੇ ਸੀ। ਤੇ ਇੰਡੀਆ ਟੁਡੇ ਕਹਿ ਰਿਹਾ ਕਿ ਦਰਜਨ ਮੰਤਰੀ ਵਿਧਾਇਕ ਉਹਨਾਂ ਦੇ ਨਾਲ ਨੇ, ਸੱਚ? ਦਰਜਨ ਮੰਤਰੀ ਵਿਧਾਇਕ ਨਾਲ ਨਹੀਂ, ਬ੍ਰਹਮ ਮਹਿੰਦਰਾ ਤੋਂ ਜ਼ਿਆਦਾ ਨਜ਼ਦੀਕ ਉਹਨਾਂ ਦੇ ਕੋਲ ਨਜ਼ਦੀਕ ਕੌਣ ਹੈ? ਉਹ ਤੇ ਹੁਣ ਮੰਤਰੀ ਬਣ ਕੇ ਬੈਠੇ ਨੇ। ਇਹ ਜਿਹੜਾ ਲੱਗਦਾ ਹੁੰਦਾ ਹੈ, ਹੋ ਸਕਦਾ ਕੁਛ ਇੱਕ ਮੰਤਰੀ ਜਿਹੜੇ ਹਨ ਉਹ ਸ਼ਾਇਦ ਉਹ ਇਸ ਕਰਕੇ ਆ ਜਾਣ ਪਏ ਸਾਨੂੰ ਕੋਈ ਅੱਗੇ ਦਿਸਦਾ ਨਹੀਂ ਤੇ ਸਾਡਾ ਵਜੂਦ ਅੱਗੇ ਹੋਰ ਕਿਸੇ ਪਾਸੇ ਨਹੀਂ ਹੈ, ਪਰ ਕੋਈ ਇਦਾਂ ਦੇ ਇਮੇਜ ਵਾਲਾ ਮੰਤਰੀ ਦਿਸਦਾ ਨਹੀਂ ਜਿਹੜਾ ਉਹਨਾਂ ਦੀ ਪੰਜਾਬ ਵਿਕਾਸ ਪਾਰਟੀ ਨੂੰ ਕੋਈ ਠੁਮਣਾ ਲਾ ਸਕੇ। ਜੇ 4 ਪਿਲਰ ਚਾਹੀਦੇ ਨੇ, ਇੱਕ ਤੇ ਖੁਦ ਕੈਪਟਨ ਅਮਰਿੰਦਰ ਸਿੰਘ ਹੁੰਦੇ ਨੇ ਤੇ ਬਾਕੀ 3 ਜਾਂ 4 ਕਿਹੜੇ ਹੁੰਦੇ ਨੇ, ਇਹ ਦਿਸ ਨਹੀਂ ਰਹੇ। ਸੋ ਪੰਜਾਬ ਵਿਕਾਸ ਪਾਰਟੀ ਉਹਨਾਂ ਨੇ ਇੱਕ ਥੋੜਾ ਜਿਹਾ ਆਈਡੀਆ ਜਿਹਾ ਫਲੋਟ ਕਰਕੇ ਦੇਖਿਆ ਜੇ 2 ਦਿਨ, ਕਿ ਦੇਖੀਏ ਲੋਕਾਂ ਦਾ ਪ੍ਰਤੀਕਰਮ ਕਿਹੋ ਜਿਹਾ ਆਉਂਦਾ ਹੈ ਤੇ ਭਾਜਪਾ ਕੀ ਕਹਿੰਦੀ ਹੈ, ਕਾਂਗਰਸ ਕੀ ਕਹਿੰਦੀ ਹੈ। ਕਾਂਗਰਸ ਦੇ ਵਿੱਚ ਤੇ ਨਹੀਂ ਉਹ, ਪਰ ਅਸਤੀਫਾ ਨਹੀਂ ਉਹਨਾਂ ਨੇ ਅਜੇ ਦਿੱਤਾ। ਇਹ ਗੱਲ ਯਾਦ ਰੱਖਣ ਵਾਲੀ ਹੈ। ਅਜੇ ਵੀ ਉਹ ਕਾਂਗਰਸ ਪਾਰਟੀ ਦੇ ਵਰਕਰ ਨੇ, ਉਹਨਾਂ ਨੇ ਅਸਤੀਫਾ ਜਿੱਦਣ ਦਿੱਤਾ ਸੀ ਉਹਨਾਂ ਨੇ ਕਿਹਾ ਵੀ ਸੀ ਕਿ ਮੈਂ ਅਸਤੀਫਾ ਕਾਂਗਰਸ ਨਹੀਂ ਛੱਡ ਰਿਹਾ, ਕਾਂਗਰਸ ਦੇ ਵਿੱਚ ਹੀ ਹਾਂ। ਇਹ ਗੱਲਾਂ ਜਿਹੜੀਆਂ ਨੇ, ਮੈਂ ਸਮਝਦਾ ਕਿ ਪੰਜਾਬ ਵਿਕਾਸ ਪਾਰਟੀ ਦਾ ਭਾਵੇਂ ਉਹਨਾਂ ਨੇ ਇੱਕ
ਮੁੱਢ ਜਿਹਾ ਇੱਕ ਨਾਂ ਜਿਹਾ ਤੋੜ ਦਿੱਤਾ ਜੀ ਪਰ ਇਹ ਆਉਂਦੀਆਂ ਚੋਣਾਂ ਦੇ ਵਿੱਚ ਕੁਝ ਆਪਣੇ ਆਪ ਲਈ ਹਾਸਲ ਕਰ ਸਕੇ ਮੈਨੂੰ ਜਾਪਦਾ ਨਹੀਂ ਤੇ ਸ਼ਾਇਦ ਕਾਂਗਰਸ ਦੀ ਖੇਡ ਵਿਗਾੜਨ ਦੇ ਵਿੱਚ ਸਹਾਈ ਹੋ ਸਕੇ ਅਜਿਹਾ ਲੱਗਦਾ ਹੈ ਮੈਨੂੰ। ਉਹ ਵੀ ਸਾਰੇ ਖੇਤਰਾਂ 'ਚ ਨਹੀਂ, ਪੰਜਾਬ ਦੇ ਥੋੜ੍ਹੇ ਜਿਹੇ ਖੇਤਰਾਂ 'ਚ। ਸਿਆਣੇ ਬਿਆਣੇ ਕਪਤਾਨ ਸਾਹਿਬ ਜਿੱਦਾਂ ਦੀਆਂ ਅੜੀਆਂ ਕਰ ਰਹੇ ਨੇ ਤੁਹਾਨੂੰ ਕਿੰਨੀਆਂ ਕੁ ਜਾਇਜ਼ ਲੱਗਦੀਆਂ? ਤੁਹਾਨੂੰ ਨਹੀਂ ਲੱਗਦਾ ਵੀ ਚੁੱਪ ਕਰਕੇ ਹੁਣ ਇਹਨਾਂ ਨੂੰ ਬਹਿ ਜਾਣਾ ਚਾਹੀਦਾ ਸੀ? ਬਣੀ ਬਣਾਈ ਇੱਜ਼ਤ। ਮੈਂ ਤਾਂ ਪਹਿਲਾਂ ਕਿਹਾ ਕਿ ਇੱਕ ਰਿਸਪੈਕਟੇਬਲ ਐਗਜ਼ਿਟ ਜਿਹੜਾ ਸੀ ਉਹ ਡਿਜ਼ਰਵ ਕਰਦੇ ਸੀ ਜੀ ਜੀ ਤੇ ਉਹਨਾਂ ਨੂੰ ਕਾਂਗਰਸ ਪਾਰਟੀ ਵੀ ਅਗਰ ਸਹੀ ਤਰੀਕੇ ਨਾਲ ਹੈਂਡਲ ਕਰਦੀ ਤੇ ਜਾਂ ਉਹ ਅੜੀ ਇਹਨਾਂ ਨੇ ਇੰਨੀ ਫੜ ਲਈ ਕਿ ਨਹੀਂ ਮੈਂ ਗੱਦੀ ਨਹੀਂ ਛੱਡਣੀ ਜੀ ਤੇ ਜਾਂ ਉਹਨਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਸੀ ਪਹਿਲਾਂ ਕਿ ਭਾਈ ਨਹੀਂ ਮਾਈ ਟਾਈਮ ਇਜ਼ ਓਵਰ ਤੇ ਜਾਂ ਫਿਰ ਉਹ ਮੁੱਦਿਆਂ ਤੇ ਕੰਮ ਕਰਦੇ। ਜੀ ਬਿਲਕੁਲ। ਮੁੱਦੇ ਰੋਜ਼ ਉਠਾਏ ਜਾ ਰਹੇ ਨੇ ਤੇ ਮੁੱਦਿਆਂ ਤੇ ਕੰਮ ਹੋ ਨਹੀਂ ਰਿਹਾ ਤੇ ਫਿਰ ਉਹਨਾਂ ਕੋਲ ਕੋਈ ਚੁਆਇਸ ਹਾਈ ਕਮਾਨ ਕੋਲ ਜਾਂ ਵਿਧਾਇਕਾਂ ਕੋਲ ਬਚਦੀ ਰਹੀ ਸੀ ਜਿਸ ਤਰ੍ਹਾਂ ਦੀਆਂ ਆਵਾਜ਼ਾਂ ਉੱਠ ਚੁੱਕੀਆਂ ਸੀ। ਜੀ ਤੇ ਜਿਹੜੇ ਕੈਪਟਨ ਸਾਹਿਬ ਦੀ ਕੁਰਸੀ ਤੇ ਹੁਣ ਬਿਰਾਜਮਾਨ ਬੈਠੇ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਹਨਾਂ ਨੇ ਜਿਹੜੀਆਂ ਨਿਯੁਕਤੀਆਂ ਕੀਤੀਆਂ ਨੇ ਉਹ ਤੋਂ ਸਿੱਧੂ ਸਾਹਿਬ ਖੁਸ਼ ਨਹੀਂ ਹੈ, ਖਫਾ ਹੋ ਕੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਹੁਣ ਜਿਹੜਾ ਨਵਾਂ ਵਕੀਲ ਲਾਏ ਜਾਣ ਦੀ ਚਰਚਾ ਆ ਉਹਦੇ ਤੋਂ ਸਿੱਧੂ ਸਾਹਿਬ ਖੁਸ਼ ਹੋਣਗੇ ਜਾਂ ਫਿਰ ਨਾਰਾਜ਼ ਹੀ ਰਹਿਣਗੇ? ਦੇਖੋ ਨਿਯੁਕਤੀਆਂ 2 ਨਿਯੁਕਤੀਆਂ ਤੋਂ ਜ਼ਿਆਦਾ ਨਾਰਾਜ਼ ਹੋਏ। ਤੀਸਰੀ ਦੀ ਵੀ ਗੱਲ ਚੱਲ ਰਹੀ ਸੀ ਕਿ ਦਾਗੀ ਮੰਤਰੀਆਂ ਨੂੰ ਕਿਉਂ ਲਿਆ। ਜੀ ਚਲੋ ਸ਼ਾਇਦ ਨਵਜੋਤ ਸਿੰਘ ਸਿੱਧੂ ਉਸ ਨੂੰ ਛੱਡ ਦਿੰਦੇ ਪਰ ਜ਼ਾਹਿਰਾ ਤੌਰ ਤੇ ਜਿਹੜਾ ਉਹਨਾਂ ਨੇ ਪਿਨ ਪੁਆਇੰਟ ਕੀਤਾ ਕਿ ਡੀਜੀਪੀ ਪੰਜਾਬ ਇਕਬਾਲਜੀਤ ਸਿੰਘ ਸੋਤਾ ਜੀ ਤੇ ਨਾਲ ਐਡਵੋਕੇਟ ਜਨਰਲ ਜਿਹੜੇ ਲਾਏ ਨੇ ਮੈਨੂੰ ਉਹ ਪਸੰਦ ਨੇ। ਏਪੀਐਸ ਦਿਓਲ ਜੀ ਦਿਓਲ ਸਾਹਿਬ ਦੇ ਬਾਰੇ ਇਹੋ ਹੀ ਗੱਲ ਹੈ ਕਿ ਉਹਨਾਂ ਨੇ ਸੁਮੇਧ ਸੈਣੀ ਦਾ ਕੇਸ ਲੜਿਆ ਤੇ ਉਹਨਾਂ ਨੂੰ ਬਲੈਂਕਟ ਬੇਲ ਲੈ ਕੇ ਦਿੱਤੀ ਹੋਈ ਹੈ। ਜੀ ਜੀ ਹੁਣ ਜੇ ਆਪਾਂ ਇੱਕ ਤਰੀਕੇ ਨਾਲ ਲਾਈਏ ਤੇ ਕਈ ਭਾਰਤ ਦੇ ਬਹੁਤ ਸੀਨੀਅਰ ਨਾਮਵਰ ਵਕੀਲ ਮੰਤਰੀ ਵੀ ਰਹਿ ਚੁੱਕੇ ਨੇ ਤੇ ਕਈ ਮੁਜਰਮਾਂ ਦੇ ਕੇਸ ਲੜੇ ਹੁੰਦੇ ਨੇ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ। ਬਿਲਕੁਲ ਪ੍ਰੋਫੈਸ਼ਨ ਉਹਨਾਂ ਦਾ ਪ੍ਰੋਫੈਸ਼ਨ ਰਿਪਰੈਜ਼ੈਂਟ ਕਰਨਾ ਉਹਨਾਂ ਨੇ ਕਿਸੇ ਨੂੰ ਪਰ ਸ਼ਾਇਦ ਐਡਵੋਕੇਟ ਜਨਰਲ ਦੇ ਅਹੁਦੇ ਤੇ ਲਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਸੀ ਕਿ ਅਸੀਂ ਕੰਮ ਕਿਹੜਾ ਕਰਵਾਉਣਾ ਹੈ ਉਹਨਾਂ ਤੋਂ। ਕਾਨੂੰਨ ਜਿਹੜਾ ਬਰੀਕ ਪੀਂਦਾ ਪਰ ਇਹ ਸਮਾਂ ਲੱਗਦਾ ਹੈ। ਜੀ ਹੁਣ ਦੇਖੋ ਜੇ ਸਰਕਾਰ ਆਪਣੇ ਕੋਲੋਂ ਕੁਝ ਇਸ ਤਰ੍ਹਾਂ ਦਾ ਪੁਸ਼ ਕਰਦੀ ਹੈ ਕਿ ਕਿਸੇ ਖਾਸ ਬੰਦੇ ਨੂੰ ਲਾ ਦਿਓ ਜਿਹੜਾ ਉਹਨਾਂ ਨੂੰ ਨੱਪ ਸਕੇ ਦਬੀੜ ਸਕੇ ਅਕਾਲੀਆਂ ਨੂੰ ਜਾਂ ਕਿਸੇ ਹੋਰ ਨੂੰ ਤੇ ਫਿਰ ਉਹ ਤਾਂ ਚੰਗੀ ਗੱਲ ਨਹੀਂ। ਲਾਉਣਾ ਤਾਂ ਕਿਸੇ ਨਿਊਟਰਲ ਵਿਅਕਤੀ ਨੂੰ ਪਏਗਾ। ਜੀ ਹੁਣ ਵਕੀਲ ਕੀ ਕਰ ਸਕਦਾ? ਉਹ ਤਾਂ ਸਬੂਤ ਇਕੱਠੇ ਕਰਕੇ ਜਿਹੜੇ ਹਨ ਤੇ ਆਪਣਾ ਕੇਸ ਜਿਹੜਾ ਪੇਸ਼ ਕਰ ਸਕਦਾ। ਜੀ ਉਹ ਇੱਕ ਵਧੀਆ ਵਕੀਲ ਨੂੰ ਲਾਉਣਾ ਬਣਦਾ ਹੈ। ਠੀਕ ਹੈ। ਹੁਣ ਐਡਵੋਕੇਟ ਜਨਰਲ ਨੂੰ ਨਹੀਂ ਬਦਲਿਆ ਜਾਵੇਗਾ ਇਸ ਗੱਲ ਦਾ ਮੈਨੂੰ ਲੱਗਦਾ ਕਿ ਗੱਲ ਠੰਡੇ ਵਾਸਤੇ 'ਚ ਪੈ ਗਈ ਹੈ। ਜੀ ਐਡਵੋਕੇਟ ਜਨਰਲ ਜਿਹੜੇ ਨੇ ਏਪੀਐਸ ਦਿਓਲ ਉਹ ਬਣੇ ਰਹਿਣਗੇ। ਨਵਜੋਤ ਸਿੰਘ ਸਿੱਧੂ ਦੀ ਅੜੀ ਇੱਥੇ ਬਹੁਤੀ ਪੁੱਗਣ ਵਾਲੀ ਨਹੀਂ ਪਰ ਸਰਕਾਰ ਨੇ ਇੱਕ ਵਿਚਕਾਰਲਾ ਰਸਤਾ ਲੱਭ ਲਿਆ। ਅੱਛਾ ਉਹ ਵਿਚਕਾਰਲਾ ਰਸਤਾ ਇਹ ਹੈ ਕਿ ਬਹੁਤ ਸੀਨੀਅਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਕੀਲ ਰਜਵਿੰਦਰ ਸਿੰਘ ਬੈਂਸ ਨੂੰ ਜਿਹੜਾ ਹੈ ਉਹ ਇੱਕ ਸਪੈਸ਼ਲ ਪ੍ਰੋਸੀਕਿਊਟਰ ਇੱਕ ਖਾਸ ਵਕੀਲ ਜਿਹੜਾ ਹੈ ਉਹਨਾਂ ਨੂੰ ਨਿਯੁਕਤ ਕਰ ਲਿਆ। ਜੀ ਰਾਜਵਿੰਦਰ ਸਿੰਘ ਬੈਂਸ ਕੌਣ ਨੇ? ਹੁਣ ਜੇ ਉਹਨਾਂ ਨੇ ਏਪੀਐਸ ਦਿਓਲ ਨੇ ਸੁਮੇਧ ਸੈਣੀ ਨੂੰ ਬਲੈਂਕਟ ਬੇਲ ਲੈ ਕੇ ਦਿੱਤੀ ਹੋਈ ਸੀ ਤੇ ਸੁਮੇਧ ਸੈਣੀ ਤੇ ਕਈ ਹੋਰ ਵੀ ਕੇਸ ਪਏ ਹੋਏ ਨੇ। ਜੀ ਸੁਮੇਧ ਸੈਣੀ ਤੇ ਜਿਹੜੇ ਕੇਸ ਪਏ ਹੋਏ ਨੇ ਉਹਨਾਂ ਵਿੱਚੋਂ ਮੁਲਤਾਨੀ ਵਾਲਾ ਕੇਸ ਜਿਹੜਾ ਇਹਨਾਂ ਤੇ ਜ਼ਿਆਦਾ ਅਹਿਮ ਹੈ। ਉਸ ਦੇ ਵਿੱਚ ਬਹੁਤ ਬੁਰੇ ਫਸਦੇ ਨੇ ਸੁਮੇਧ ਸੈਣੀ। ਬਿਲਕੁਲ ਤੇ ਮੁਲਤਾਨੀ ਕੇਸ ਨੂੰ ਹੈਂਡਲ ਕੌਣ ਕਰ ਰਿਹਾ? ਮੁਲਤਾਨੀ ਵਾਲੀ ਸਾਈਡ ਤੋਂ ਉਹ ਰਾਜਵਿੰਦਰ ਸਿੰਘ ਬੈਂਸ ਕਰ ਰਹੇ ਨੇ। ਹੋਰ ਵੀ ਕੇਸਾਂ ਦੀ ਉਹਨਾਂ ਨੇ ਸੁਮੇਧ ਸੈਣੀ ਦੇ ਖਿਲਾਫ ਪੈਰਵਾਈ ਕੀਤੀ ਹੋਈ ਹੈ। ਜੀ ਤੇ ਪੰਜਾਬ ਦੇ ਹਿਊਮਨ ਰਾਈਟਸ ਮਨੁੱਖੀ ਅਧਿਕਾਰ ਸੰਗਠਨ ਦੇ ਫਾਊਂਡਰ ਤੇ ਬਹੁਤ ਇੱਕ ਨਾਮਵਰ ਸ਼ਖਸੀਅਤ ਜਸਟਿਸ ਅਜੀਤ ਸਿੰਘ ਬੈਂਸ ਦੇ ਬੇਟੇ ਨੇ। ਜੀ ਤੇ ਮਨੁੱਖੀ ਅਧਿਕਾਰ ਸੰਗਠਨ ਲਈ ਉਹ ਕੰਮ ਕਰਦੇ ਨੇ, ਨੋਨ ਨੇ ਹਿਊਮਨ ਰਾਈਟਸ ਦੇ ਐਕਟਿਵਿਸਟ ਨੇ। ਸੋ ਉਹਨਾਂ ਦੀ ਨਿਯੁਕਤੀ ਵੀ ਜਿਹੜੀ ਹੈ ਨਾ ਇਹ ਹੋਰ ਕਿਸੇ ਨੂੰ ਫਰਕ ਪਾਵੇ ਨਾ ਪਾਵੇ ਪਰ ਉਹਨਾਂ ਨੇ ਇੱਕ ਕੰਮ ਕਰ ਦਿੱਤਾ ਕਿ ਐਡਵੋਕੇਟ ਜਨਰਲ ਹਲੇ ਉਹ ਰਹਿਣ ਦਿਓ ਤੇ ਨਵਜੋਤ ਸਿੰਘ ਸਿੱਧੂ ਸ਼ਾਇਦ ਰਾਜਵਿੰਦਰ ਸਿੰਘ ਬੈਂਸ ਦੇ ਨਾਂ ਤੇ ਖੁਸ਼ ਰਹਿਣਗੇ। ਜੀ ਪਰ ਇਸ ਤਰ੍ਹਾਂ ਲੱਗਦਾ ਹੈ ਕਿ ਜੇ ਉਹ ਇੱਕ ਨੈਗੇਟਿਵ ਪੋਲ ਸੀ ਦੂਸਰਾ ਪਾਸਾ ਸੀ ਤੇ ਇਹ ਰਾਜਵਿੰਦਰ ਸਿੰਘ ਬੈਂਸ ਦੂਸਰਾ ਪਾਸਾ ਨੇ। ਖੈਰ ਪ੍ਰੋਫੈਸ਼ਨਲ ਜਿਹੜੀ ਸੀ ਗੱਲ ਪਹਿਲਾਂ ਕੀਤੀ ਸੀ ਸਾਨੂੰ ਯਾਦ ਰੱਖਣੀ ਚਾਹੀਦੀ ਹੈ। ਪ੍ਰੋਫੈਸ਼ਨਲੀ ਹੈਂਡਲ ਹੋਵੇ ਕੇਸ ਕਿਸੇ ਐਕਸਪੀਰੀਅੰਸਡ ਵਕੀਲ ਦੇ ਜ਼ਰੀਏ ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਜੇ ਕੋਈ ਮੁਜਰਮ ਹੈ ਚਾਹੇ ਉਹ ਡੀਜੀਪੀ ਹੈ ਚਾਹੇ ਕੋਈ ਮੰਤਰੀ ਹੈ ਚਾਹੇ ਸਾਬਕਾ ਮੁੱਖ ਮੰਤਰੀ ਹੈ ਤੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹਨਾਂ ਕੇਸਾਂ ਦਾ ਨਿਤਾਰਾ ਹੋਣਾ ਚਾਹੀਦਾ ਪਰ ਇੰਨਾ ਲੰਬਾ ਸਮਾਂ ਪੈਣਾ ਚਾਹੀਦਾ ਨਹੀਂ ਸੀ। ਉਦੋਂ ਤੱਕ ਸਬੂਤ ਵੀ ਗਵਾਚ ਜਾਂਦੇ ਨੇ, ਕੁਝ ਲੱਭਦਾ ਨਹੀਂ। ਰਾਜਵਿੰਦਰ ਸਿੰਘ ਬੈਂਸ ਕਿਸ ਤਰ੍ਹਾਂ ਦੀ ਤੇਜ਼ੀ ਲਿਆ ਸਕਣਗੇ? ਹੁਣ ਏਪੀਐਸ ਦਿਓਲ ਲਈ ਵੀ ਬੇਸਿਕਲੀ ਇੱਕ ਕਿਸਮ ਦੀ ਉਹਨਾਂ ਨੂੰ ਵੀ ਝਟਕਾ ਹੈ। ਇੱਕ ਤੇ ਉਹਨਾਂ ਨੂੰ ਐਡਵੋਕੇਟ ਜਨਰਲ ਲਾਤਾ, ਦੂਸਰੇ ਪਾਸੇ ਉਹਨਾਂ ਤੇ ਗੱਲ ਤੇ ਉਹਨਾਂ ਦੀ ਕਾਬਲੀਅਤ ਤੇ ਨਾ ਯਕੀਨ ਕਰਕੇ ਇੱਕ ਬਰਾਬਰ ਉਹਨਾਂ ਦੇ ਹੋਰ ਕਿਸੇ ਸ਼ਖਸ ਨੂੰ ਬਿਠਾ ਦਿੱਤਾ ਗਿਆ।
ਪਰ ਹੁਣ ਸਰਕਾਰ ਨੇ ਤਰਕ ਇਹ ਦੇ ਦਿੱਤਾ ਕਿ ਤੇਜ਼ੀ ਲਿਆਉਣ ਲਈ ਅਜਿਹਾ ਕੀਤਾ ਗਿਆ। ਸਿੱਧੂ ਪਰ ਕਾਂਗਰਸ 'ਚ ਬਣੇ ਰਹਿਣਗੇ, ਐਡਵੋਕੇਟ ਜਨਰਲ ਵੀ ਹੋ ਰਹਿਣਗੇ ਤੇ ਡੀਜੀਪੀ ਵਾਲੀ ਫਾਈਲ ਜਿਹੜੀ ਹੈ ਉਹ UPSC ਨੂੰ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੂੰ ਗਈ ਹੋਈ ਹੈ। ਸ਼ਾਇਦ ਉੱਥੇ ਮਨਜ਼ੂਰੀ ਮਿਲ ਜਾਵੇ ਤੇ ਡੀਜੀਪੀ ਵੀ ਹੁਣ ਬਦਲ ਹੋ ਜਾਣਗੇ ਜੀ, ਲੱਗਦਾ ਹੈ, ਪਰ ਅਜੇ ਨਹੀਂ ਜੀ। ਪੰਜਾਬ ਦੀ ਸਿਆਸਤ ਦੀ ਪੰਡ ਅਜੇ ਹੋਰ ਵੀ ਖੋਲਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਵਕਫੇ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਗੱਲ ਕਰਦੇ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ। ਜਦੋਂ ਇਹਨਾਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਨਹੀਂ ਮਿਲਿਆ ਸੀ ਤੇ ਕਿਸੇ ਨਿੱਜੀ ਚੈਨਲ ਨੂੰ ਕਹਿੰਦੇ ਸੀ ਵੀ ਮੈਨੂੰ ਵਿਭਾਗ ਉਹ ਮਿਲਣਾ ਚਾਹੀਦਾ ਵੀ ਮੈਨੂੰ ਸਵਾਦ ਆ ਜੇ। ਫਿਰ ਇਹਨਾਂ ਨੂੰ ਸਵਾਦ ਵਾਲਾ ਵਿਭਾਗ ਮਿਲ ਗਿਆ, ਟਰਾਂਸਪੋਰਟ ਮੰਤਰੀ ਬਣ ਗਏ, ਬੜੇ ਐਕਸ਼ਨ ਮੋਡ 'ਚ ਨੇ। ਕਦੇ ਬੱਸਾਂ 'ਚ ਬਹਿ ਕੇ ਸਫ਼ਰ ਕਰਕੇ ਸਵਾਦ ਲੈਂਦੇ ਨੇ, ਕਦੇ ਕਹਿੰਦੇ ਨੇ ਕਿ ਨਜਾਇਜ਼ ਜਿਹੜੇ ਬੱਸ ਅੱਡਿਆਂ ਤੇ ਕਬਜ਼ੇ ਨੇ ਹਟਾ ਦੇਣੇ, ਕਦੇ ਕੁਛ ਕਦੇ ਕੁਛ। ਤੁਹਾਨੂੰ ਲੱਗਦਾ ਵੀ ਕੰਮ ਵਾਕਈ ਦਰੁਸਤ ਕਰ ਦੇਣਗੇ? ਲੱਗਦਾ ਇਸੇ ਤਰ੍ਹਾਂ, ਪਰ ਉਹ ਦਿਖਾ ਜ਼ਿਆਦਾ ਰਹੇ ਨੇ ਤੇ ਇਨਐਕਚੁਅਲ ਕਿ ਇਹ ਮੰਤਰੀ ਦਾ ਕੰਮ ਹੈ ਕਿ ਖੁਦ ਜਾ ਕੇ ਖੋਖੇ ਉੱਥੋਂ ਉਠਾਉਣ ਦੀ ਕੋਸ਼ਿਸ਼ ਕਰੇ ਤੇ ਬੱਸਾਂ 'ਚ ਸਫ਼ਰ ਕਰਕੇ ਲੋਕਾਂ ਦੀ ਸ਼ਿਕਾਇਤਾਂ ਸੁਣੇ। ਪਬਲਿਸਿਟੀ ਸਟੰਟ ਇਹ ਹੋ ਸਕਦਾ। ਮੈਨੂੰ ਲੱਗਦਾ ਹੈ ਕਿ ਅਜਿਹਾ ਕਰਨ ਦੀ ਲੋੜ ਨਹੀਂ ਹੈ। ਇਹ ਸਿਰਫ ਲੋਕਾਂ ਤੱਕ ਗੱਲ ਪਹੁੰਚਾਉਣ ਦੀ ਵੀ ਗੱਲ ਹੈ। ਇਹ ਵੀ ਆਖਿਆ ਜਾਂਦਾ ਅੱਜ ਕੱਲ੍ਹ ਕਿ ਜੇ ਤੁਸੀਂ ਕਿਸੇ ਦੇ ਸਾਹਮਣੇ ਕੋਈ ਮਹਿਮਾਨ ਦੇ ਸਾਹਮਣੇ ਕੋਈ ਖਾਣਾ ਵਧੀਆ ਆਈਟਮ ਪੇਸ਼ ਕਰਦੇ ਹੋ ਜੀ, ਤੇ ਭਾਵੇਂ ਡਰਾਈ ਫਰੂਟ ਹੋਵੇ ਉਸ ਦੇ ਵਿੱਚ, ਕੁਝ ਹੋਰ ਵੀ ਸਵਾਦੀ ਹੋਵੇ, ਮਹਿੰਗਾ ਵੀ ਹੋਵੇ, ਤੇ ਜੇ ਉਸ ਨੂੰ ਪਰੋਸਿਆ ਚੰਗੀ ਤਰ੍ਹਾਂ ਨਹੀਂ ਜਾਂਦਾ ਤੇ ਫਿਰ ਅਗਲਾ ਪਸੰਦ ਨਹੀਂ ਕਰਦਾ। ਇਸੇ ਤਰ੍ਹਾਂ ਰਾਜਾ ਵੜਿੰਗ ਉਹ ਕਰ ਵੀ ਰਹੇ ਨੇ ਕੁਛ ਲੱਗਦਾ ਹੈ ਜੀ, ਤੇ ਉਹਨੂੰ ਪ੍ਰਦਰਸ਼ਿਤ ਵੱਧ ਕਰ ਰਹੇ ਨੇ। ਖੋਖੇ ਚਕਵਾਉਣੇ ਤੇ ਬੜਾ ਬੇਸਿਕ ਜਿਹਾ ਕੰਮ ਹੈ ਜੀ, ਮੰਤਰੀ ਨੂੰ ਜਾਣ ਦੀ ਲੋੜ ਨਹੀਂ। ਮੰਤਰੀ ਨੂੰ ਜਾਣ ਦੀ ਲੋੜ ਨਹੀਂ। ਹੁਣ ਉਹਨਾਂ ਨੇ ਕੰਮ ਇੱਕ ਹੋਰ ਕੀਤਾ ਹੈ ਕਿ ਬੱਸਾਂ ਦੇ ਬਾਹਰ ਜੋ ਇੱਕ ਪਾਨ ਮਸਾਲਿਆਂ ਦੇ ਤੇ ਤੰਬਾਕੂਆਂ ਦੀਆਂ ਜਿਹੜੀਆਂ ਮਸ਼ਹੂਰੀਆਂ ਦੇ ਜਿਹੜੇ ਪੋਸਟਰ ਤੇ ਜਿਹੜੇ ਹੋਰਡਿੰਗ ਲੱਗੇ ਹੋਏ ਨੇ ਉਹ ਲਹਾਉਣ ਦਾ ਕੰਮ ਸ਼ੁਰੂ ਕੀਤਾ ਹੈ ਜੀ। ਕਿਸੇ ਨੇ ਕਹਿੰਦੇ ਨੇ ਮੈਨੂੰ ਕਿਹਾ ਕਿ ਇਹ ਗੱਲ ਮਾੜੀ ਹੈ, ਪਰ ਬੜੀ ਇੰਟਰਸਟਿੰਗ ਗੱਲ ਹੈ। ਬਹੁਤ ਸਾਲ ਪਹਿਲਾਂ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਇਹ ਗੁਟਕਾ ਪ੍ਰੋਡਕਟਸ ਵਗੈਰਾ ਜੋ ਵੀ ਇਹਨਾਂ ਦੇ ਨਾਮ ਨੇ, ਪਾਨ ਮਸਾਲਾ ਵਗੈਰਾ, ਜਾਂ ਇਹਨਾਂ ਤੇ ਪਾਬੰਦੀ ਲਾ ਦਿੱਤੀ ਹੋਈ ਹੈ ਕਿ ਪੰਜਾਬ ਵਿੱਚ ਨਹੀਂ ਵਿਕਣੇ ਚਾਹੀਦੇ ਜੀ। ਹੁਣ ਉਹ ਬੈਨ ਜਿਹੜਾ ਐਕਸਟੈਂਡ ਕੀਤਾ ਜਾਂਦਾ ਹੈ। ਇੰਟਰਸਟਿੰਗ ਗੱਲਾਂ ਉਹਦੇ ਵਿੱਚੋਂ ਵੀ ਇੱਕ ਦੋ ਨਿਕਲਦੀਆਂ ਨੇ, ਉਹ ਫਿਰ ਕਿਸੇ ਵੇਲੇ ਕਰਾਂਗੇ। ਇੱਕ ਮੈਂ ਦੱਸ ਦੇਵਾਂ ਸ਼ਾਰਟ ਦੇ ਵਿੱਚ ਜੀ ਕਿ ਜਿਹੜੀਆਂ ਉਹ ਮਸਾਲੇ ਵਗੈਰਾ ਬਣਾਉਣ ਵਾਲੀਆਂ ਕੰਪਨੀਆਂ ਨੇ ਉਹ ਇਸ ਤਰ੍ਹਾਂ ਕੇਸ ਆਪਣਾ ਪੇਸ਼ ਕਰਦੀਆਂ ਨੇ ਅਦਾਲਤਾਂ ਦੇ ਵਿੱਚ ਵੀ, ਤੇ ਇਸ਼ਤਿਹਾਰ ਵੀ ਇਸ ਤਰ੍ਹਾਂ ਦਿੰਦੀਆਂ ਨੇ ਕਿ ਦੇਖੋ ਤੁਸੀਂ ਇਸ ਚੀਜ਼ ਨੂੰ ਗਲਤ ਸਮਝਦੇ ਹੋ ਤੇ ਸਿਗਰਟ ਨੂੰ, ਬੀੜੀ ਨੂੰ ਤੁਸੀਂ ਠੀਕ ਸਮਝਦੇ ਹੋ ਜੀ, ਸ਼ਰਾਬ ਨੂੰ ਠੀਕ ਸਮਝਦੇ ਹੋ, ਉਹ ਨਸ਼ੇ ਜਾਇਜ਼ ਨੇ ਤੇ ਆਹ ਮਾੜੇ ਨੇ ਜੀ। ਇਹ ਕਿੱਥੇ ਲਿਖਿਆ? ਇਹ ਜਵਾਬ ਸਰਕਾਰਾਂ ਦੇ ਸਕਦੀਆਂ ਤੇ ਸਾਇੰਸਦਾਨ ਦੇ ਸਕਦੇ ਨੇ, ਡਾਕਟਰ ਦੇ ਸਕਦੇ ਨੇ ਜੀ। ਪੰਜਾਬ ਸਰਕਾਰ ਨੇ ਉਹ ਬੈਨ ਕੀਤਾ ਹੋਇਆ, ਪਰ ਉਹ ਬੈਨ ਰੀਨਿਊ ਹੋਇਆ ਪਿਛਲੇ ਸਾਲ ਕਿ ਨਹੀਂ ਹੋਇਆ ਇਹ ਗੱਲ ਅਜੇ ਰੌਲੇ ਗੋਲੇ 'ਚ ਹੈ। ਜੇ ਉਹ ਬੈਨ ਹੈ ਪੰਜਾਬ ਦੇ ਵਿੱਚ, ਪਾਬੰਦੀਸ਼ੁਦਾ ਵਸਤਾਂ ਨੇ ਇਹ ਤੇ ਧੜੱਲੇ ਨਾਲ ਵਿਕ ਰਹੀਆਂ ਨੇ ਤੇ ਇਹਨਾਂ ਦੇ ਬੋਰਡ ਵੀ ਬੱਸਾਂ ਦੇ ਉੱਪਰ ਕਿੰਨ ਲਗਵਾਏ ਸੀ ਜੀ। ਇਹ ਗੱਲ ਸਾਨੂੰ ਸੋਚਣੀ ਤੇ ਪੁੱਛਣੀ ਤੇ ਬਣਦੀ ਹੈ ਨਾ। ਖੈਰ ਹੁਣ ਬੋਰਡ ਲਾ ਦਿਓਗੇ, ਜੇ ਉਹ ਪੈਸੇ ਦੇ ਕੇ ਲੱਗੇ ਹੋਏ ਨੇ ਤੇ ਉਹ ਰੈਵਨਿਊ ਜਿਹੜਾ ਘਟਦਾ ਹੈ ਬੱਸਾਂ ਵਾਲਿਆਂ ਦਾ ਉਹ ਕੌਣ ਪੂਰਾ ਕਰੇਗਾ ਜੀ। ਜੇ ਬਾਕੀ ਜਗ੍ਹਾ ਤੇ ਉਹਨਾਂ ਦੇ ਇਸ਼ਤਿਹਾਰ ਲਗਾਉਣ ਦੀ ਖੁੱਲ੍ਹ ਹੈ ਤੇ ਫਿਰ ਬੱਸਾਂ ਤੇ ਕਿਉਂ ਖੁੱਲ੍ਹ ਨਹੀਂ ਹੈ? ਜੀ, ਸਾਨੂੰ ਦੋਨੇ ਪਾਸੇ ਸੋਚਣੇ ਪੈਣਗੇ। ਬਿਲਕੁਲ। ਇਹ ਕਿੰਨਾ ਕੁ ਸਾਰਥਕ ਕੰਮ ਹੈ ਉਹ ਜੋ ਯਥਾਰਥ ਤੋਂ ਪਰੇ ਲੱਗਦਾ ਹੈ। ਹੁਣ ਬੱਸਾਂ ਦੇ ਬਾਰੇ ਉਹ ਕੀ ਕਰਦੇ ਨੇ? ਅਮਰਿੰਦਰ ਸਿੰਘ ਰਾਜਾ ਵੜਿੰਗ ਜਦੋਂ ਪਹਿਲੀ ਵਾਰੀ MLA ਚੁਣੇ ਜਾਂਦੇ ਨੇ, ਉਹ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ, ਵਾਦਾਂ ਵਿਵਾਦਾਂ ਨਾਲ ਵੀ ਉਹਨਾਂ ਦਾ ਰਿਸ਼ਤਾ ਰਿਹਾ ਜੀ। ਤੇ ਉਹ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਨੇ 12 'ਚ ਦੁਬਾਰਾ, ਤੇ ਮੁੱਖ ਮੰਤਰੀ ਸਾਹਿਬ ਨੂੰ ਇਹ ਫਿਕਰ ਪਿਆ ਹੋਇਆ ਸੀ ਕਿ ਸਾਡਾ ਇੱਕ ਮੇਰਾ ਭਤੀਜਾ ਗੁੱਸੇ ਹੋ ਗਿਆ ਮਨਪ੍ਰੀਤ ਬਾਦਲ ਵਿੱਤ ਮੰਤਰੀ, ਤੇ ਉਹਨੇ ਪੰਜਾਬ ਪੀਪਲ ਪਾਰਟੀ ਬਣਾ ਲਈ ਹੈ ਤੇ ਪੂਰਾ ਜ਼ੋਰ ਲੱਗਾ ਹੋਇਆ ਸੀ ਅਕਾਲੀ ਦਲ ਦਾ ਕਿ ਕਿਸੇ ਨਾ ਕਿਸੇ ਤਰੀਕੇ ਮਨਪ੍ਰੀਤ ਬਾਦਲ ਨੂੰ ਘੇਰਿਆ ਜਾਵੇ ਜੀ। ਤੇ ਮਨਪ੍ਰੀਤ ਬਾਦਲ ਨੂੰ ਘੇਰਨ ਲਈ NRI ਸੰਮੇਲਨ ਵੀ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਕਰਵਾਉਣ ਦਾ ਯਤਨ ਕੀਤਾ, ਕਿਉਂਕਿ ਬਾਹਰ ਉਹਨਾਂ ਨੂੰ ਚੰਗੀ ਹਮਾਇਤ ਮਿਲੀ ਸੀ ਤੇ ਇਕੱਠ ਹੋ ਰਿਹਾ ਸੀ। ਭਗਵੰਤ ਮਾਨ ਵੀ ਉਹਨਾਂ ਦੇ ਨਾਲ ਸੀ ਉਦੋਂ। ਮਨਪ੍ਰੀਤ ਬਾਦਲ ਗਿੱਦੜਬਾਹੇ ਤੋਂ ਚੋਣ ਲੜਦੇ ਨੇ ਤੇ ਗਿੱਦੜਬਾਹੇ ਤੋਂ ਚੋਣ ਲੜ ਕੇ 30,000 ਵੋਟ ਉਹਨਾਂ ਨੂੰ ਮਿਲਦੀ ਹੈ ਤੇ 50,000 ਮਿਲਦੀ ਹੈ ਰਾਜਾ ਵੜਿੰਗ ਨੂੰ। ਵੜਿੰਗ ਜਿੱਤ ਜਾਂਦੇ ਨੇ
ਮਨਪ੍ਰੀਤ ਬਾਦਲ ਤੀਸਰੇ ਸਥਾਨ ਤੇ ਆਉਂਦੇ ਤੇ ਅਕਾਲੀ ਦਲ ਦਾ ਉਮੀਦਵਾਰ ਦੂਸਰੇ ਤੇ ਆਉਂਦਾ। ਜੀ ਜਦੋਂ ਅਸੈਂਬਲੀ ਦੇ ਵਿੱਚ ਜਿੱਤ ਕੇ ਬਾਦਲ ਸਾਹਿਬ ਪਹੁੰਚਦੇ ਨੇ ਤੇ ਭਾਸ਼ਣ ਦੇ ਰਹੇ ਨੇ ਤੇ ਬਾਗੋ ਬਾਗ ਨੇ ਕਿ ਮਨਪ੍ਰੀਤ ਬਾਦਲ ਤੇ ਆਪਣੀ ਸੀਟ ਵੀ ਹਾਰ ਗਿਆ, ਜੀ ਕੋਈ ਇੱਕ ਵੀ ਸੀਟ ਨਹੀਂ ਮਿਲੀ ਪੰਜਾਬ ਪੀਪਲ ਪਾਰਟੀ ਨੂੰ। ਤੇ ਰਾਜਾ ਵੜਿੰਗ ਉੱਥੇ ਬੈਠੇ ਨੇ, ਪਹਿਲੀ ਵਾਰੀ ਉਹ ਉਦੋਂ ਅਸੈਂਬਲੀ 'ਚ ਪਹੁੰਚੇ ਨੇ ਜੀ ਤੇ ਬਾਦਲ ਸਾਹਿਬ ਉਹਨਾਂ ਨੂੰ ਕਹਿੰਦੇ ਨੇ, ਕਾਕਾ ਜੀ ਤੁਸੀਂ ਬਹੁਤ ਮਾਰਕੇ ਵਾਲਾ ਕੰਮ ਕੀਤਾ ਹੈ, ਤੁਸੀਂ ਇੱਕ ਬਹੁਤ ਵੱਡੇ ਬੰਦੇ ਨੂੰ ਹਰਾਇਆ ਤੇ ਤੁਹਾਨੂੰ ਬਲੈਂਕ ਚੈੱਕ ਹੈ, ਦੱਸੋ ਕਿੰਨੇ ਪੈਸੇ ਚਾਹੀਦੇ ਨੇ ਹਲਕੇ ਲਈ, ਚੁੱਕੋ। ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿੰਦੇ ਸੀ ਮੈਨੂੰ ਮਿਲਿਆ ਤੇ ਕੁਝ ਵੀ ਨਹੀਂ, ਉਹ ਗੱਲ ਹੀ ਕੀਤੀ ਸੀ ਬਾਦਲ ਸਾਹਿਬ ਨੇ। ਰਾਜਾ ਵੜਿੰਗ ਇੱਕ ਮਜ਼ਬੂਤ ਕਾਂਗਰਸੀ ਵਜੋਂ ਵਿਚਰਦੇ ਰਹੇ ਨੇ ਤੇ ਬਾਦਲਾਂ ਖਿਲਾਫ ਖੁੱਲ੍ਹ ਕੇ ਬੋਲਦੇ ਚੱਲਦੇ ਰਹੇ ਨੇ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਤੇ ਮਨਪ੍ਰੀਤ ਬਾਦਲ ਤੇ ਉਹ ਭਾਵੇਂ ਹੁਣ ਇੱਕੋ ਹੀ ਪਾਰਟੀ 'ਚ ਨੇ, ਪਰ ਉਹਨਾਂ ਦੀ ਆਪਸੀ ਜੱਦੋ ਜਹਿਦ ਕਸ਼ਮਕਸ਼ ਅੱਜ ਵੀ ਜਾਰੀ ਹੈ। ਕਈ ਮੁੱਦਿਆਂ ਤੇ ਇੱਕ ਦੂਸਰੇ ਦੇ ਖਿਲਾਫ ਉਹ ਹੋ ਜਾਂਦੇ ਨੇ, ਹੋਏ ਰਹਿੰਦੇ ਨੇ। ਇਹ ਜਗ ਜ਼ਾਹਰ ਹੈ ਗੱਲ ਕਿ ਮਨਪ੍ਰੀਤ ਬਾਦਲ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਪੈ ਸਕਣਗੀਆਂ। ਜੀ ਰਾਜਾ ਵੜਿੰਗ ਨੇ ਹੁਣ ਇੱਕ ਕੰਮ ਸ਼ੁਰੂ ਕੀਤਾ ਹੋਇਆ ਟਰਾਂਸਪੋਰਟ ਦੇ ਖਿਲਾਫ, ਜੋ ਸਿੱਧਾ ਬਾਦਲਾਂ ਦੇ ਖਿਲਾਫ ਇਹ ਕਾਰਵਾਈ ਹੋ ਰਹੀ ਹੈ। ਪਰ ਇਸ ਵਿੱਚ ਕਿੰਨੀ ਕੁ ਦੂਰ ਤੱਕ ਉਹ ਜਾਣਗੇ, ਕਿਸ ਹੱਦ ਤੱਕ ਜਾਣਗੇ ਕਿ ਉੱਥੇ ਹੀ ਉਸ ਹਲਕੇ ਦੇ ਵਿੱਚ ਹੀ ਸੀਮਤ ਰੱਖਣਗੇ ਜਿੱਥੇ ਜ਼ਿਆਦਾ ਦਬਦਬਾ ਹੈ ਬਾਦਲਾਂ ਦੀ ਟਰਾਂਸਪੋਰਟ ਦਾ। ਤੇ ਕੱਲੀ ਬਾਦਲਾਂ ਦੀ ਟਰਾਂਸਪੋਰਟ ਨਹੀਂ, ਹੋਰ ਵੀ ਟਰਾਂਸਪੋਰਟਾਂ ਹਨ ਜੋ ਨਜਾਇਜ਼ ਚੱਲ ਰਹੀਆਂ ਨੇ। ਪਰਮਿਟ ਰੱਦ ਕਰਨੇ, ਚੈੱਕ ਕਰਨੇ, ਕਰਵਾਉਣੇ ਤੇ ਅੱਡਿਆਂ ਨੂੰ ਸਹੀ ਕਰਨਾ ਤੇ ਟਾਈਮ ਟੇਬਲ ਸਹੀ ਕਰਨੇ ਤੇ ਸਹੀ ਪਰਮਿਟ ਕਰਕੇ ਉਹਨਾਂ ਨੂੰ ਲਿਆਉਣਾ ਕਾਨੂੰਨ ਦੇ ਦਾਇਰੇ ਦੇ ਵਿੱਚ, ਇਹ ਤੇ ਕੰਮ ਬੜਾ ਵਧੀਆ ਹੋਣਾ ਚਾਹੀਦਾ ਹੈ। ਮੰਤਰੀ ਸਾਹਿਬ ਨੂੰ ਇਸ ਤਰ੍ਹਾਂ ਜਿਹੜਾ ਜ਼ਿਆਦਾ ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਹੈ, ਜੇ ਕਰਨਾ ਹੋਵੇ ਤਾਂ ਉਹ ਵੈਸੇ ਕੁਝ ਨਾ ਕੁਝ ਕਰ ਸਕਦੇ ਨੇ। ਜੀ ਸਿਆਸਤ ਚੋਂ ਨਿਕਲ ਕੇ ਗੱਲ ਪੰਜਾਬ ਦੀ ਕਿਸਾਨੀ ਦੀ ਕਰੀਏ। ਮਿਹਨਤਕਸ਼ ਕਿਸਾਨਾਂ ਦੀ ਮਿਹਨਤ ਉਹਨਾਂ ਦੀ ਝੋਲੀ 'ਚ ਪੈਣ ਦਾ ਵੇਲਾ ਆ, ਝੋਨੇ ਦੀ ਖਰੀਦ ਦਾ ਸਮਾਂ ਆ ਗਿਆ ਆ ਤੇ ਪੰਜਾਬ ਸਰਕਾਰ ਬੜਾ ਫਸਿਆ ਫੀਲ ਕਰ ਰਹੀ ਹੈ। ਕਿਉਂ ਫਸ ਗਈ, ਕਿਹੜੀ ਗੱਲੋਂ? ਬੇਸਿਕਲੀ ਕੇਂਦਰ ਸਰਕਾਰ ਨੇ ਪਿਛਲੇ 1.5 ਸਾਲ ਤੋਂ ਕਿਸਾਨਾਂ ਦੇ ਵਿਰੁੱਧ ਕਈ ਫੈਸਲੇ ਅਜਿਹੇ ਲਏ ਨੇ ਜਿਨ੍ਹਾਂ ਨੇ ਕਿਸਾਨਾਂ ਦਾ ਗਲ ਘੁੱਟਣ ਦੀ ਪੂਰੀ ਤਿਆਰੀ ਕੀਤੀ ਹੈ। ਜੀ ਔਰ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਇਹ ਜਿਹੜੀ ਮੈਂ ਗੱਲ ਕੀਤੀ ਹੈ ਕਿ ਕਿਸਾਨਾਂ ਦੇ ਵਿਰੁੱਧ ਫੈਸਲੇ, ਇਹਨਾਂ ਵਿੱਚ ਮੈਂ 3 ਕਾਲੇ ਕਾਨੂੰਨਾਂ ਦੀ ਗੱਲ ਨਹੀਂ ਅਜੇ ਕੀਤੀ ਜੀ। ਮੈਂ ਸਿਰਫ ਜਿਹੜੇ ਬਾਕੀ ਫੈਸਲੇ ਨੇ, ਕਣਕ ਦੀ ਖਰੀਦ 2021 ਦੇ ਵਿੱਚ ਕਿਵੇਂ ਰੁੜ ਖੁੜ ਕੇ ਹੋਈ ਹੈ ਸਾਰਿਆਂ ਨੂੰ ਪਤਾ ਹੈ। ਬਿਲਕੁਲ ਕਦੇ ਕਣਕ ਦੀ ਖਰੀਦ ਬਾਰੇ ਇੰਨਾ ਰੌਲਾ ਰੱਪਾ ਨਹੀਂ ਪਿਆ ਜੀ। ਇੰਨੇ ਸਾਲਾਂ ਤੋਂ ਨਮੀ ਦੀ ਮਿਕਦਾਰ ਜਿਹੜੀ ਹੈ 1 ਚੱਲ ਰਹੀ ਹੈ ਤੇ ਅਚਾਨਕ ਤੁਸੀਂ ਪਿਛਲੇ ਸਾਲ ਉਸ ਵਿੱਚ 1% ਦਾ ਘਟਾ ਕਰ ਦਿੰਦੇ ਹੋ ਜੀ ਕਿ ਇਹ ਤੋਂ ਘੱਟ ਨਹੀਂ ਅਸੀਂ ਲੈਣੀ, ਇਹ ਤੋਂ ਘੱਟ ਨਮੀ ਜਿਹੜੀ ਹੋਣੀ ਚਾਹੀਦੀ ਹੈ। ਇਹ ਫੂਡ ਕਾਰਪੋਰੇਸ਼ਨ ਆਫ ਇੰਡੀਆ ਪੰਜਾਬ ਦੀਆਂ ਮੰਡੀਆਂ ਦੇ ਵਿੱਚੋਂ ਖੱਜਲ ਖੁਆਰ ਕਰਦੀ ਹੈ ਕਿਸਾਨਾਂ ਨੂੰ, ਬਾਰਦਾਨਾ ਸਮੇਂ ਨਾਲ ਨਹੀਂ ਪਹੁੰਚਾਉਂਦੀ। ਪੁਰਾਣੇ ਬਾਰਦਾਨੇ ਦੇ ਵਿੱਚ ਕਣਕ ਪਾ ਕੇ ਪੰਜਾਬ ਸਰਕਾਰ ਨੂੰ ਇਕੱਠੀ ਕਰਕੇ ਮਾਰਕਫੈੱਡ ਤੇ ਹੋਰ ਅਦਾਰਿਆਂ ਦੇ ਜ਼ਰੀਏ, ਪਨਸਪ ਦੇ ਜ਼ਰੀਏ ਜਿਹੜੀ ਹੈ ਉਹ ਗੋਦਾਮਾਂ ਤੱਕ ਪਹੁੰਚਾਉਣੀ ਪੈਂਦੀ ਹੈ ਜੀ। ਡਾਏ ਦਾ ਭਾਅ ਵਧਾ ਦਿੱਤਾ ਗਿਆ, ਡਾਏ ਦਾ ਭਾਅ ਵਧਾ ਕੇ ਫਿਰ ਕਿਹਾ ਨਹੀਂ, ਇਹ ਦੇਖੋ ਜੀ ਅਸੀਂ ਇਹਦੇ ਵਿੱਚ ਸਬਸਿਡੀ ਐਡ ਕਰ ਦਿੱਤੀ ਹੈ। ਡਾਇਆ ਮਿਲਣ ਦੇ ਵਿੱਚ ਮੁਸ਼ਕਲ ਬਹੁਤ ਆ ਰਹੀ ਆ, ਹੁਣ ਫੇਰ ਰੇਟ ਵਧਾ ਦਿੱਤੇ ਗਏ ਨੇ। ਇਹ ਕਿਸਾਨਾਂ ਨੂੰ ਬੇਸਿਕਲੀ ਜੋ ਅੰਦੋਲਨ ਚੱਲ ਰਿਹਾ ਉਸੇ ਕਰਕੇ ਹੀ ਸਾਰੀ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਪੰਜਾਬ ਤੇ ਹਰਿਆਣੇ ਦੇ ਵਿੱਚ ਇਹ ਅੰਦੋਲਨ ਜ਼ਿਆਦਾ ਤਿੱਖਾ ਹੈ, ਪਰ ਇਸ ਦਾ ਖਾਮਿਆਜ਼ਾ ਵੀ ਪੰਜਾਬ ਤੇ ਹਰਿਆਣੇ ਦੇ ਕਿਸਾਨ ਹੀ ਜ਼ਿਆਦਾ ਭੁਗਤ ਰਹੇ ਨੇ ਜੀ। ਝੋਨਾ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਹਰ ਸਾਲ ਹੁੰਦਾ ਹੈ, ਉਹਦੀ ਖਰੀਦ ਨਾਰਮਲ ਜੋ ਸ਼ੁਰੂ ਹੋ ਜਾਂਦੀ ਹੈ 1 ਅਕਤੂਬਰ ਤੋਂ, ਉਸ ਨੂੰ 10 ਦਿਨ ਅੱਗੇ ਤੋੜ ਦਿੱਤਾ ਗਿਆ ਜੀ। ਆਖੇ ਮੌਸਮ ਖਰਾਬ ਹੈ, ਮੌਸਮ ਖਰਾਬ ਤਾਂ 4 ਜਾਂ 5 ਅਕਤੂਬਰ ਤੱਕ ਦੱਸਿਆ ਜਾਂਦਾ ਹੈ ਤੇ 5 ਦਿਨ ਤੁਸੀਂ ਕੀ ਕਰਨਾ, ਗੰਢੇ ਗੁੱਡਣੇ ਨੇ, ਖਰੀਦੋ। ਝੋਨਾ ਆ ਰਿਹਾ ਮੰਡੀਆਂ ਦੇ ਵਿੱਚ, ਖੰਨਾ ਮੰਡੀ ਸਭ ਤੋਂ ਵੱਡੀ ਮੰਡੀ ਹੈ, ਉਹ ਭਰੀ ਪਈ ਆ, ਹੋਰ ਛੋਟੀਆਂ ਮੰਡੀਆਂ ਭਰੀਆਂ ਪਈਆਂ ਨੇ ਜੀ। ਤੁਸੀਂ ਝੋਨੇ ਦੀ ਲਵਾਈ ਤੇ ਵੀ ਕਿਸਾਨਾਂ ਨੂੰ ਦੱਬਿਆ ਕਿ ਇਸ ਤਰੀਕ ਤੋਂ ਪਹਿਲਾਂ ਝੋਨਾ ਲਾਉਣਾ ਨਹੀਂ, ਤੇ ਹੁਣ ਉਹ ਕਿੱਥੇ ਰੱਖਣਾ? ਜਿਨ੍ਹਾਂ ਨੇ ਕਟਾ ਕੇ ਰੱਖਿਆ ਹੋਇਆ ਝੋਨਾ, ਜਿਹੜੇ ਕਿਸਾਨ ਨੇ ਟਰਾਲੀ ਦੇ ਵਿੱਚੋਂ ਪਾ ਲਿਆ, ਉਹ ਜਾਣਦਾ ਹੈ ਕਿ 2 ਦਿਨ ਟਰਾਲੀ ਵਿੱਚ ਰਹਿ ਗਿਆ ਤੇ ਰੰਗ ਇਸ ਦਾ ਫਿਰ ਜਾਵੇਗਾ, ਦਾਣਾ ਬਦਰੰਗ ਹੋ ਜਾਵੇਗਾ ਤੇ ਫਿਰ ਲੈਣਾ ਕਿਸੇ ਨੇ ਨਹੀਂ ਜੀ। ਤੇ ਖੱਜਲ ਖੁਆਰੀ ਹੈ। ਕਿਸਾਨ ਜਾਵੇ ਤੇ ਜਾਵੇ ਕਿੱਥੇ? ਫਿਰ ਉਸਨੇ ਪੈਲੀ ਛੇਤੀ ਤਿਆਰ ਕਰਨੀ ਹੈ ਤੇ ਪੈਲੀ ਛੇਤੀ ਤਿਆਰ ਕਰਨ ਲਈ ਉਹਨੂੰ ਖਾਲੀ ਵੀ ਤਾਂ ਕਰਨੀ ਪੈਣੀ ਨਾ ਟਾਈਮ ਨਾਲ। ਤੇ ਅੱਗੇ ਠੰਡ ਦਾ ਮੌਸਮ ਆ ਰਿਹਾ ਤੇ ਜਿੰਨਾ ਜ਼ਿਆਦਾ ਲੇਟ ਕਰੀ ਜਾਂਦੇ ਹੋ ਝੋਨਾ ਪੱਕਣ ਦੇ ਵਿੱਚ ਉਨੀ ਮੁਸ਼ਕਲ ਆਉਂਦੀ ਹੈ। ਹੁਣ ਇਹ ਸਰਕਾਰ ਨੇ ਜੋ ਪੰਜਾਬ ਦੇ ਵਿੱਚ ਇਹ ਜੋ ਲੋਕਾਂ ਤੇ ਇੱਕ ਸਖਤੀ ਵਰਤੀ ਹੈ, ਪੰਜਾਬ ਸਰਕਾਰ ਇਸ ਵਿੱਚ ਕਸੂਤੀ ਫਸੀ ਹੋਈ ਹੈ। ਸਾਰੇ ਹੀ ਹੱਥ ਬੰਨ੍ਹ ਕੇ ਬੇਨਤੀਆਂ ਮੁੱਖ ਮੰਤਰੀ ਚੰਨੀ ਨਰਿੰਦਰ ਮੋਦੀ ਨੂੰ ਕਹਿ ਕੇ ਆਏ ਨੇ ਤੇ ਇਹ ਵੀ ਦੱਸਿਆ ਜਾਂਦਾ ਕਿ ਮੋਦੀ ਜੀ ਨੇ ਕਹਿ ਦਿੱਤਾ ਕਿ ਅਸੀਂ ਇਸ ਤੇ ਗੌਰ ਕਰਾਂਗੇ। ਤੇ 2 ਅਕਤੂਬਰ ਹੋ ਚੁੱਕੀ ਹੈ ਤੇ ਗੌਰ ਕਦੋਂ ਨੂੰ ਕਰਨੀ ਹੈ? ਫੈਸਲਾ ਤਾਂ ਹੁਣ ਤੱਕ ਆ ਜਾਣਾ ਚਾਹੀਦਾ ਸੀ। ਚਲੋ ਭਾਈ 10 ਨੂੰ ਨਾ ਸੇ 5 ਨੂੰ ਹੀ ਸ਼ੁਰੂ ਕਰ ਦਿਓ, ਕੁਛ ਤੇ ਸਾਹ ਸੌਖਾ ਆਵੇ, ਨਹੀਂ ਹੋ ਰਿਹਾ ਜੀ।
ਪੰਜਾਬ ਦੇ ਵਿੱਚ ਹੁਣ ਪੱਬਾਂ ਭਾਰ ਸਰਕਾਰ ਹੋਈ ਹੈ ਕਿ ਪੰਜਾਬ ਵਿੱਚ 171 ਲੱਖ ਟਨ ਜਿਹੜਾ ਝੋਨਾ ਹੈ ਉਹ ਖਰੀਦਣ ਦੀ ਇਹਨਾਂ ਕੋਲ ਕਪੈਸਿਟੀ ਹੈ ਜੀ। ਇਹਨਾਂ ਨੇ ਫੰਡ ਵਗੈਰਾ ਰੱਖੇ ਹੋਏ ਨੇ ਜਾਂ ਕੇਂਦਰ ਨੇ ਖਰੀਦਣਾ ਹੈ। ਇਸ ਵਿੱਚ 191 ਲੱਖ ਟਨ ਝੋਨਾ ਜਿਹੜਾ ਹੈ ਆਉਣ ਦੀ ਸੰਭਾਵਨਾ ਹੈ। 20 ਲੱਖ ਟਨ ਝੋਨਾ ਜ਼ਿਆਦਾ ਆਵੇਗਾ ਤੇ ਉਸ ਲਈ ਇਹਨਾਂ ਨੇ ਪੰਜਾਬ ਸਰਕਾਰ ਨੇ ਅੱਜ SSP ਤੇ ਹੋਰਨਾਂ ਪੁਲਿਸ ਦੇ ਮਹਿਕਮਿਆਂ ਨੂੰ ਹੁਕਮ ਦੇ ਦਿੱਤੇ ਨੇ ਕਿ ਇੱਕ ਵੀ ਝੋਨੇ ਦਾ ਦਾਣਾ ਦੂਜੇ ਸੂਬਿਆਂ ਦੀ ਮੰਡੀ ਤੋਂ ਪੰਜਾਬ ਵਿੱਚ ਨਾ ਆ ਕੇ ਵਿਕੇ ਤਾਂ ਕਿ ਅਸੀਂ ਆਪਣਾ ਹੀ ਸਾਂਭ ਲਈਏ। ਇਹੋ ਹੀ ਬਹੁਤ ਹੋਵੇਗਾ ਸਾਡੇ ਤੇ ਵਿਰੋਧੀ ਵੀ ਇਹਨਾਂ ਨੂੰ ਦਬਾਲ ਰਹੇ ਨੇ। ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਲਵਾਰਸ ਛੱਡ ਕੇ ਕਿਸਾਨਾਂ ਨੂੰ ਤੇ ਆਪਸ ਉਲਝੇ ਹੋਏ ਨੇ। ਸੁਖਬੀਰ ਬਾਦਲ ਕਹਿੰਦੇ ਨੇ ਜਾਣ ਬੁੱਝ ਕੇ ਇਹਨਾਂ ਨੇ ਕਿਸਾਨ ਇਹਨਾਂ ਦੇ ਘਰਾਂ ਦੇ ਅੱਗੇ ਆ ਕੇ ਬੈਠ ਗਏ ਨੇ। ਪ੍ਰਗਟ ਸਿੰਘ ਦਾ ਘਰਾਓ ਹੋਇਆ, ਮੁੱਖ ਮੰਤਰੀ ਦਾ ਘਰਾਓ ਹੋ ਰਿਹਾ, ਹੋਰਨਾਂ ਮੰਤਰੀਆਂ ਦੇ ਜਿੱਥੇ ਜਿੱਥੇ ਮੀਟਿੰਗਾਂ ਹੋ ਰਹੀਆਂ ਨੇ ਬਾਹਰ ਘਰਾਓ ਹੋ ਰਹੇ ਨੇ ਜੀ। ਮਨਪ੍ਰੀਤ ਬਾਦਲ ਤੇ ਦਾ ਘਰਾਓ ਹੋਇਆ ਕਿ ਗੁਲਾਬੀ ਸੁੰਡੀ ਦਾ ਮੁਆਵਜ਼ਾ ਦਿੱਤਾ ਜਾਵੇ ਜੋ ਉਸਨੇ ਹਮਲਾ ਕੀਤਾ, ਨੁਕਸਾਨ ਕੀਤਾ। ਤ੍ਰਿਪਤ ਸਿੰਘ ਬਾਜਵਾ ਦੀ ਕੋਠੀ ਜੀ ਸਾਰਿਆਂ ਤੇ ਹੋਇਆ। ਸੋ ਕਿਸਾਨ ਪੰਜਾਬ ਸਰਕਾਰ ਨੂੰ ਘੇਰਨ ਦਾ ਯਤਨ ਕਰ ਰਹੀ ਹੈ। ਅਸਲੀ ਹੁਕਮ ਵੱਡੇ ਆਖਾਵਾਂ ਦਾ ਆਉਣਾ ਹੈ ਤੇ ਪੰਜਾਬ ਸਰਕਾਰ ਇਸ ਵੇਲੇ ਥੋੜੀ ਜਿਹੀ ਵਿਚਾਰੀ ਜਿਹੀ ਸਥਿਤੀ ਦੇ ਵਿੱਚ ਬਣੀ ਹੋਈ ਹੈ। ਹਾਂ, ਆਪਸ ਵਿੱਚ ਉਲਝਣਾ ਜੇ ਬੰਦ ਕਰ ਲੈਣ ਤੇ ਚੰਗੀ ਗੱਲ ਹੈ ਕਿ ਪੰਜਾਬ ਦੇ ਮੁੱਦਿਆਂ ਤੇ ਵੀ ਧਿਆਨ ਹੋਣੀ ਲੋਕਾਂ ਦਾ ਪਿਆ। ਜੀ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਜੇ ਗੱਲ ਕਰੀਏ 에ਅਰ ਇੰਡੀਆ ਦੀ ਤੇ ਕੱਲ ਤੱਕ ਅਸੀਂ ਵੀ ਖਬਰਾਂ ਦੇ ਦਿੱਤੀਆਂ ਸੀਗੀਆਂ ਕਿ ਟਾਟਾ ਦੇ ਹੱਥਾਂ ਵਿੱਚ ਚਲੀ ਗਈ ਹੈ, ਪਰ ਉਸ ਤੋਂ ਬਾਅਦ ਗਵਰਨਮੈਂਟ ਨੇ ਡਿਨਾਈ ਕਰਤਾ ਇਸ ਖਬਰ ਨੂੰ। ਕਿੱਥੇ ਤੱਕ ਪਹੁੰਚੀ ਹੈ ਵਿਕਰੀ, ਸੱਚ ਕੀ ਹੈ? 에ਅਰ ਇੰਡੀਆ ਦੀ ਕਹਾਣੀ ਇਹ ਹੈ ਕਿ 에ਅਰ ਇੰਡੀਆ ਵੈਸੇ ਤਾਂ ਹਵਾਈ ਇੱਕ ਕੰਪਨੀ ਹੈ ਜੀ। ਹਵਾਈ ਸਫ਼ਰ ਹਵਾਈ ਜਹਾਜ਼ਾਂ ਦਾ ਇੱਕ ਸਿਸਟਮ ਹੈ ਜੋ ਭਾਰਤ ਸਰਕਾਰ ਦਾ ਫਲੈਗਸ਼ਿਪ ਕੈਰੀਅਰ ਹੈ ਜੀ। ਇਹਨਾਂ ਨੇ ਲੋਕਾਂ ਨੂੰ ਪਹੁੰਚਾਉਣਾ ਹੁੰਦਾ ਕਿਸੇ ਮੰਜ਼ਿਲ ਤੇ ਆਪ ਦਿਨ ਬ ਦਿਨ ਡੇਲੀ 2 ਕਰੋੜ ਤੋਂ ਉੱਪਰ ਦਾ ਇਹਨਾਂ ਸਿਰ ਜਿਹੜਾ ਘਾਟਾ ਹੋਰ ਪੈ ਜਾਂਦਾ, ਪਹਿਲੇ ਘਾਟੇ ਦੇ ਵਿੱਚ ਜੁੜ ਜਾਂਦਾ ਜੀ। ਇੱਕ ਮੋਟੇ ਜਿਹੇ ਅੰਦਾਜ਼ੇ ਦੇ ਮੁਤਾਬਕ ਕੋਵਿਡ ਦੌਰ ਚੱਲਣ ਤੋਂ ਪਹਿਲਾਂ ਇਹਨਾਂ ਤੇ ਸਿਰ ਕੋਈ 50,000 ਕਰੋੜ ਦਾ ਕਰਜ਼ਾ ਸੀ ਜੀ, ਜੋ ਇਸ ਵੇਲੇ 70,000 ਕਰੋੜ ਦੇ ਲਾਗੇ ਛਾਗੇ ਪਹੁੰਚ ਚੁੱਕਾ ਹੈ। ਜੀ। ਬਹੁਤ ਵੱਡਾ ਕਰਜ਼ਾ ਹੈ। ਖਬਰਾਂ ਆ ਰਹੀਆਂ ਕਿ ਇਹਨੂੰ ਵੇਚਿਆ ਜਾਵੇਗਾ। ਵੇਚਣ ਦੀ ਕੋਸ਼ਿਸ਼ ਤੇ 2012 ਤੋਂ ਚੱਲ ਰਹੀ ਹੈ। ਰੌਲਾ ਰੱਪਾ ਪੈਂਦਾ ਰਿਹਾ। ਭਾਜਪਾ ਵਾਲੇ ਕਹਿੰਦੇ ਸੀ ਨਹੀਂ ਵੇਚਣੀ, ਇਹ ਵੇਚ ਦਿਓਗੇ ਤੁਸੀਂ, ਇਹ ਸਾਡੀ ਕੈਰੀਅਰ ਹੈ, ਨੈਸ਼ਨਲ ਹੈ ਜੀ। ਤੇ ਹੁਣ ਹੱਥ ਬੰਨ ਕੇ ਸਾਰਿਆਂ ਦੀਆਂ ਬੇਨਤੀਆਂ ਕਰ ਰਹੇ ਨੇ ਕਿ ਕਿਸੇ ਤਰੀਕੇ ਕੋਈ ਖਰੀਦਦਾਰ ਸਾਨੂੰ ਮਿਲ ਜਾਵੇ। ਸ਼ਰਤਾਂ ਨਾਲ ਪਹਿਲਾਂ ਗੱਲ ਕੀਤੀ ਸੀ ਕਿ ਸ਼ਰਤਾਂ ਤਹਿਤ ਇਸ ਨੂੰ ਖਰੀਦੋ ਕੋਈ ਜੀ। ਸ਼ਰਤਾਂ ਵੀ ਹਟਾ ਲਈਆਂ ਤੇ ਹੁਣ ਕਹਿੰਦੇ ਕੋਈ ਜਿਵੇਂ ਕਿਵੇਂ ਵੀ ਹੈ ਸਾਡੀ ਜਾਨ ਛੱਡ ਦਿਓ। ਤੇ ਟਾਟਾ ਕੰਪਨੀ ਬਾਰੇ ਕੱਲ੍ਹ ਇਹ ਖਬਰ ਆ ਗਈ ਸੀ ਕਿ ਉਹ 70,000 ਕਰੋੜ ਦੇ ਵਿੱਚੋਂ 23,000 ਕਰੋੜ ਦਾ ਘਾਟਾ ਉਹ ਆਪ ਲਾਉਣਗੇ, ਦੇਖਣਗੇ ਜੀ। ਤੇ ਜਿੰਨੀ ਕੀਮਤ ਸਰਕਾਰ ਨੇ ਰੱਖੀ ਹੋਈ ਸੀ ਉਸ ਤੋਂ 3,000 ਕਰੋੜ ਦੀ ਵੱਧ ਉਹਨਾਂ ਨੇ ਬੋਲੀ ਹੋਰ ਲਾ ਦਿੱਤੀ ਹੈ। ਭਾਵ ਉਹਨਾਂ ਨੇ ਚੰਗੀ ਕੀਮਤ ਦੇ ਦਿੱਤੀ ਹੈ ਜੀ। ਪਰ ਉਸ ਬਾਰੇ ਅਜੇ ਰੌਲਾ ਰੱਪਾ ਬਰਕਰਾਰ ਹੈ। ਟਾਟਾ ਸੰਸ ਨੇ ਤੇ ਸਰਕਾਰ ਨੇ ਡਿਨਾਈ ਕਰ ਦਿੱਤਾ ਕਿ ਅਜੇ ਇਸ ਬਾਰੇ ਕੋਈ ਗੱਲ ਨਹੀਂ ਹੋਈ ਜੀ। ਸਪਾਈਸ ਜੈਟ ਨਾਲ ਉਹਨਾਂ ਦਾ ਮੁਕਾਬਲਾ ਹੈ। ਟਾਟਾ ਵਾਲੇ 1932 ਦੇ ਵਿੱਚ ਉਹਨਾਂ ਨੇ 에ਅਰਲਾਈਨ ਸ਼ੁਰੂ ਕੀਤੀ ਸੀ ਖੁਦ ਜੀ। JRD ਟਾਟਾ ਪਹਿਲੇ ਕਮਰਸ਼ੀਅਲ ਪਾਇਲਟ ਲਾਇਸੈਂਸ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਸਨ। ਖੁਦ ਜਹਾਜ਼ ਉਡਾਉਂਦੇ ਸਨ ਜੀ। ਅਮੀਰ ਵਿਅਕਤੀ ਸਨ ਤੇ ਉਹਨਾਂ ਨੇ ਰੂਟ ਸ਼ੁਰੂ ਕੀਤੇ ਹੋਏ ਸਨ ਤੇ 에ਅਰ ਇੰਡੀਆ ਘੁੰਮ ਘੁਮਾ ਕੇ ਉਹਨਾਂ ਦੇ ਕੋਲ ਜਿਹੜੀ ਹੈ ਫਿਰ ਇੱਕ ਵਾਰੀ ਮੁੱਛਾਂ ਵਾਲਾ ਮਹਾਰਾਜਾ ਉਹ ਇੱਧਰ ਆ ਰਿਹਾ। ਹੁਣ 에ਅਰ ਇੰਡੀਆ ਦੀ ਹਾਲਤ ਇੰਨੀ ਪਤਲੀ ਹੈ ਪਰ ਇਹਨਾਂ ਕੋਲ ਕਿਸ ਤਰ੍ਹਾਂ ਦੇ ਐਸੈਟਸ ਨੇ ਤੇ ਉਸ ਦੇ ਬਾਵਜੂਦ ਇਹ ਘਾਟੇ ਵਿੱਚ ਹੈ, ਇਸ ਦਾ ਅੰਦਾਜ਼ਾ ਤੁਸੀਂ ਲਗਾ ਲੈਣਾ ਕਿ 에ਅਰ ਇੰਡੀਆ ਕੋਲ ਇਸ ਵੇਲੇ 4400 ਘਰੇਲੂ ਰੂਟ ਨੇ ਜੀ, ਲੈਂਡਿੰਗਸ ਤੇ 1800 ਇੰਟਰਨੈਸ਼ਨਲ ਲੈਂਡਿੰਗਸ ਨੇ। ਇਹਨਾਂ ਕੋਲ ਰੂਟਸ ਨੇ ਜਾਂ ਜਿੱਥੇ ਜਾ ਕੇ ਉਤਰਦੇ ਨੇ 1800 ਜਗ੍ਹਾ ਤੇ ਜੀ। ਇਸ ਤੋਂ ਇਲਾਵਾ 900 ਤੋਂ ਵੱਧ ਇਹਨਾਂ ਦੇ ਟਿਕਾਣੇ ਨੇ ਜਿਨ੍ਹਾਂ ਵਿੱਚ ਲੰਡਨ ਵਰਗੇ, ਹੀਥਰੋ 에ਅਰਪੋਰਟ ਵਰਗੇ ਵੀ ਸ਼ਾਮਲ ਨੇ। ਹੁਣ ਇਹ ਜਿਹੜਾ ਟੇਕ ਓਵਰ ਹੋਵੇਗਾ ਇਸ ਦਾ 에ਅਰ ਇੰਡੀਆ ਐਕਸਪ੍ਰੈਸ ਦਾ 100% ਇਸ ਵਿੱਚ ਜਾਵੇਗਾ ਤੇ 50% ਦੀ ਜਿਹੜਾ ਇਹਨਾਂ ਦਾ ਕਾਰਗੋ ਬ੍ਰਾਂਚ ਹੈ AISATS ਉਸ ਦਾ 50% ਦੀ ਇਜਾਰੇਦਾਰੀ ਜਿਹੜੀ ਆ ਪ੍ਰਾਈਵੇਟ ਕੋਲ ਚਲੇ ਜਾਵੇਗੀ ਜੀ। ਟਾਟਾ ਦੇ ਬਾਰੇ ਵੀ ਇਹ ਦੋਸ਼ ਹੈ ਕਿ ਟਾਟਾ ਦੀਆਂ ਆਪਣੀਆਂ ਪਹਿਲਾਂ ਹੀ ਏਅਰਲਾਈਨਾਂ ਹਨ ਜਿਨ੍ਹਾਂ ਵਿੱਚ 에ਅਰ ਏਸ਼ੀਆ ਹੈ, ਵਿਸਟਾਰਾ ਹੈ ਤੇ ਸਿੰਗਾਪੁਰ ਏਅਰਲਾਈਨ ਦੇ ਵਿੱਚ ਉਹਨਾਂ ਦਾ ਵੱਡਾ ਹਿੱਸਾ ਹੈ ਜੀ। ਤੇ ਇਹ ਦੱਸਿਆ ਜਾਂਦਾ ਹੈ ਕਿ ਕੁਝ ਇਹੋ ਜਿਹੇ ਸੂਤਰ ਕਿ ਉਹ ਖੁਦ 에ਅਰ ਇੰਡੀਆ ਨੂੰ ਕਮਜ਼ੋਰ ਕਰਨ ਦੇ ਵਿੱਚ ਇਸ ਤਰ੍ਹਾਂ ਲੱਗੇ ਰਹੇ
ਜਿਸ ਕਰਕੇ ਇੱਕ ਦਿਨ ਉਹਨਾਂ ਦੀ ਝੋਲੀ ਦੇ ਵਿੱਚ ਹੀ ਇਹ ਪੈ ਜਾਵੇ। ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਹਿੰਦੇ ਹੁੰਦੀਆਂ ਰਹੀਆਂ। ਇਸ ਗੱਲ ਦਾ ਸਬੂਤ ਵੈਸੇ ਕੋਈ ਨਹੀਂ ਅਜੇ ਤੱਕ, ਪਰ ਜੇ ਇਹ ਮਰਜਰ ਹੁੰਦਾ ਹੈ ਤੇ ਇਹ ਗੱਲ ਕਿਸੇ ਪਾਸੇ ਪਹੁੰਚਦੀ ਹੈ ਤੇ ਇਹ ਸਰਕਾਰ ਦੀਆਂ ਨਾਕਾਮੀਆਂ ਦਾ ਇੱਕ ਮਾਈਲਸਟੋਨ ਹੋਵੇਗਾ, ਜਿਸ ਤੇ ਲਿਖਿਆ ਗਿਆ ਹੋਵੇਗਾ ਕਿ ਇਹ ਸਰਕਾਰ ਇਸ ਕੰਮ ਦੇ ਵਿੱਚ ਬੁਰੀ ਤਰ੍ਹਾਂ ਭਾਰਤ ਸਰਕਾਰ ਫੇਲ ਹੋਈ ਹੈ। ਇੰਨੀ ਵੱਡੀ ਆਰਥਿਕਤਾ, ਇੰਨਾ ਵੱਡਾ ਦੇਸ਼, ਇਸ ਤਰ੍ਹਾਂ ਦਾ ਸਿਸਟਮ, ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਤੇ ਆਪਣੀ ਨੈਸ਼ਨਲ 에ਅਰਲਾਈਨ ਇੱਕ ਵੀ ਨਹੀਂ ਜੀ। ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਸਾਡਾ ਸਿਸਟਮ ਕਿੱਧਰ ਨੂੰ ਜਾ ਰਿਹਾ। ਅਜੇ ਇਸ ਦੀ ਡੀਲ ਹੋ ਨਹੀਂ ਰਹੀ, ਪਰ ਇੰਦਲੀਆਂ ਰਿਪੋਰਟਸ ਕੁਝ ਇਹ ਸ਼ਾਇਦ ਇਸ਼ਾਰਾ ਕਰ ਹੀ ਰਹੀਆਂ ਨੇ ਕਿ ਅਸਲੀ ਬਿਡਰ ਜਿਹੜੇ ਨੇ ਉਹ ਟਾਟਾ ਵਾਲੇ ਹੀ ਉਹ ਇਸ ਨੂੰ ਲੈ ਜਾਣਗੇ। ਟਕੈਤ ਸਾਹਿਬ ਨੇ ਤੇ ਇਹਨਾਂ ਤੇ ਤੰਜ ਵੀ ਕੱਸਿਆ ਵੀ ਭਾਰਤ ਦੇ ਵਿੱਚ ਲੱਗਾ ਹੋਇਆ ਬੈਨ ਵੀ ਇੰਡੀਆ ਫॉर ਸੇਲ ਆ ਜੀ। ਇਹਨਾਂ ਨੇ ਕਹਿੰਦੇ ਸਭ ਕੁਝ ਵੇਚ ਦੇਣਾ। ਬਿਲਕੁਲ ਜੀ, ਉਹਨਾਂ ਨੇ ਕਿਹਾ, ਹੋਰ ਵੀ ਬਹੁਤ ਸਾਰੇ ਲੋਕ ਕਹਿੰਦੇ ਨੇ। ਔਰ ਮਨਮੋਹਨ ਸਿੰਘ ਤੋਂ ਬਾਅਦ, ਮਨਮੋਹਨ ਸਿੰਘ ਵੇਲੇ ਹੀ ਵੈਸੇ ਤਾਂ ਸਿਸਟਮ ਸ਼ੁਰੂ ਹੋ ਗਿਆ ਸੀ ਜੀ। ਡਾਕਟਰ ਮਨਮੋਹਨ ਸਿੰਘ ਨੇ ਤੇ ਕੋਸ਼ਿਸ਼ ਕਈ ਚੀਜ਼ਾਂ ਨੂੰ ਪ੍ਰਾਈਵੇਟ ਕਰਨ ਦੀ ਗੱਲ ਚੱਲ ਪਈ ਸੀ। ਕੋਈ ਸਮਾਂ ਸੀ ਜਦੋਂ ਭਾਰਤ ਵਿੱਚ ਪ੍ਰਾਈਵੇਟ ਬੈਂਕਾਂ ਨੂੰ ਆਪਣੇ ਘੇਰੇ ਦੇ ਵਿੱਚ ਲਿਆ ਕੇ ਨੈਸ਼ਨਲਾਈਜ਼ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਸਰਕਾਰੀ ਬੈਂਕਾਂ ਬਣਾ ਦਿੱਤਾ ਗਿਆ। ਤੇ ਹੁਣ ਭਾਰਤ ਸਰਕਾਰ ਇਹ ਕਹਿ ਰਹੀ ਹੈ ਕਿ ਇੰਨੀਆਂ ਜ਼ਿਆਦਾ ਬੈਂਕਾਂ, ਇਹਨਾਂ ਦਾ ਕੀ ਕੰਮ ਹੈ? ਕੋਈ 2-4 ਬੈਂਕਾਂ ਚਾਹੀਦੀਆਂ ਸਾਰੇ ਦੇਸ਼ ਦੇ ਵਿੱਚ, ਇਹਨਾਂ ਨੂੰ ਇਕੱਠੀਆਂ ਕਰ ਦਿਓ, ਕਿਸੇ ਤਰ੍ਹਾਂ ਘਾਟੇ ਘੋਟੇ ਰਲਾ ਦਿਓ ਤੇ ਜਿਹੜੇ ਦੌੜ ਗਏ ਨੇ ਉਹ ਦੇਖੀ ਜਾਊਗਾ ਕੀ ਬਣਨਾ। ਪੰਜਾਬ ਨੈਸ਼ਨਲ ਬੈਂਕ ਦਾ 9000 ਕਰੋੜ ਕੋਈ ਖਾ ਗਿਆ, ਕੋਈ 10 ਖਾ ਗਿਆ, ਕਿਸੇ ਦਾ ਕੋਈ ਕੁਛ ਖਾ ਗਿਆ ਤੇ ਇਹ ਇਹਨਾਂ ਨੂੰ ਕੀ ਕਰਨਾ? ਛੋਟੀਆਂ-ਮੋਟੀਆਂ ਬੈਂਕਾਂ ਨੂੰ ਆਪਸ ਵਿੱਚ ਰਲਾ ਦਿਓ, ਜਿੰਨੀਆਂ ਨੈਸ਼ਨਲਾਈਜ਼ ਕੀਤੀਆਂ ਸੀ ਇਹ ਇਹਨਾਂ ਨੂੰ ਘਟਾਉਣ ਦਾ ਕੰਮ ਕਰ ਰਿਹਾ। ਤੇ ਸਰਕਾਰ ਕਹਿੰਦੇ ਨੇ ਕਿ ਪ੍ਰੋਫਿਟ ਕਮਾਉਣ ਲਈ ਨਹੀਂ ਹੁੰਦੀ। ਸਾਡੇ ਮੋਦੀ ਸਾਹਿਬ ਨੇ ਗੱਲ ਆਖੀ ਸੀ ਕਿ ਸਰਕਾਰ ਦਾ ਕੰਮ ਨਹੀਂ ਕਿ ਉਹ ਬਿਜ਼ਨਸ ਕਰੇ, ਪਰ ਸਰਕਾਰ ਦੀਆਂ ਕੁਝ ਜ਼ਿੰਮੇਵਾਰੀਆਂ ਤਾਂ ਹੁੰਦੀਆਂ ਨੇ ਨਾ, ਜਿਨ੍ਹਾਂ ਵਿੱਚ ਇੱਕ ਨੈਸ਼ਨਲ 에ਅਰਲਾਈਨ ਦਾ ਹੋਣਾ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਸੀ। ਪਰ ਇਹ ਪਿੱਛੇ ਨੂੰ ਜਾਣ ਵਾਲਾ ਕਦਮ ਹੈ ਜਿਹੜਾ ਇਹ ਪੁੱਟਿਆ ਗਿਆ। ਜਾਂਦੇ ਜਾਂਦੇ ਗੱਲ ਜੇ ਗਵਾਂਢੀ ਮੁਲਕ ਅਫਗਾਨਿਸਤਾਨ ਦੀ ਕਰ ਲਈਏ ਤੇ ਤਾਲਿਬਾਨ ਦੀ ਉੱਥੇ ਸੱਤਾ ਆ, ਸਭ ਕੁਝ ਸੁੱਖ ਸਾਂਦ ਆ ਜਾਂ ਕੋਈ ਅਸਲੀ ਰੰਗ ਦਿਖਾ ਰਹੇ ਨੇ ਤਾਲਿਬਾਨ ਵਾਲੇ? ਤਾਲਿਬਾਨ ਵਾਲੇ ਆਪਣੇ ਵਾਅਦਿਆਂ ਤੋਂ ਮੁੱਕਰਦੇ ਜਾਪਦੇ ਨੇ। ਤਾਲਿਬਾਨ ਨੇ ਜੋ ਅਮਰੀਕਾ ਨਾਲ ਤੇ ਹੋਰ ਨੇਟੋ ਮੁਲਕਾਂ ਦੇ ਨਾਲ ਗੱਲਬਾਤ ਕੀਤੀ ਸੀ ਕਿ ਅਸੀਂ ਅਫਗਾਨਿਸਤਾਨ ਦੇ ਵਿੱਚ ਆਹ ਕੰਮ ਨਹੀਂ ਕਰਾਂਗੇ। ਇੱਕ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਜੇ ਸਰਕਾਰ ਉੱਥੇ ਜਿਹੜੇ ਸੀ ਅਸ਼ਰਫ ਗਨੀ ਦੀ ਸੀ ਤੇ ਅਫਗਾਨ ਨੈਸ਼ਨਲ ਆਰਮੀ ਸੀ ਤੇ ਉਹ ਉਹਨਾਂ ਦੇ ਨਾਲ ਮਿਨਿਸਟਰ ਆਫ ਕੌਂਸਲ ਸੀਗੀ ਸਾਰੀ, ਤੇ ਤਾਲਿਬਾਨ ਨਾਲ ਅਮਰੀਕਾ ਗੱਲ ਕਿਉਂ ਕਰਦਾ ਰਿਹਾ? ਕਿ ਉਹਨਾਂ ਨੂੰ ਪਹਿਲਾਂ ਤੋਂ ਖਦਸ਼ਾ ਸੀ ਕਿ ਉਹਨਾਂ ਨੇ ਤਾਂ ਰਹਿਣਾ ਨਹੀਂ ਇੱਥੇ ਤੇ ਕਬਜ਼ਾ ਤੇ ਤਾਲਿਬਾਨ ਦਾ ਹੀ ਹੋਣਾ ਹੈ। ਅਕਸਰ ਸਥਿਤੀ ਤੇ ਉਹਨਾਂ ਨੇ ਸਟੱਡੀ ਕੀਤੀ ਹੋਵੇਗੀ ਸਾਰੀ। ਸੋ ਤਾਲਿਬਾਨ ਦੇ ਨਾਲ ਜਿਹੜੀ ਗੱਲਬਾਤ ਹੁੰਦੀ ਰਹੀ ਆ, ਉਸ ਗੱਲਬਾਤ ਦੇ ਵਿੱਚ ਇੱਕ ਅਹਿਮ ਧੁਰੇ ਵਜੋਂ ਕਤਰ ਮੁਲਕ ਜਿਹੜਾ ਸੀ ਉਹ ਉੱਭਰ ਕੇ ਸਾਹਮਣੇ ਆਇਆ। ਜਦੋਂ ਪਹਿਲਾਂ 2001 ਦੇ ਵਿੱਚ ਤਾਲਿਬਾਨ ਸਰਕਾਰ ਜਿਹੜੀ ਲਾਈ ਗਈ ਸੀ ਅਮਰੀਕਾ ਵੱਲੋਂ, ਉਸ ਨੂੰ 3 ਮੁਲਕਾਂ ਨੇ ਜਿਹੜੀ ਸੀ ਮਨਜ਼ੂਰੀ ਦਿੱਤੀ ਹੋਈ ਸੀ, ਉਹਨਾਂ ਨੂੰ ਮਾਨਤਾ ਦਿੱਤੀ ਹੋਈ ਸੀ। ਉਹ ਸੀ ਪਾਕਿਸਤਾਨ, ਸੰਯੁਕਤ ਅਰਬ ਅਮੀਰਾਤ ਤੇ ਸਾਊਦੀ ਅਰਬ। ਕਤਰ ਉਹਨਾਂ ਦੇ ਵਿੱਚ ਨਹੀਂ ਸੀ, ਪਰ ਇਸ ਵਾਰੀ ਕਤਰ ਆਪਣੀਆਂ ਕੁਝ ਖਾਸ ਗੱਲਾਂ ਕਰਕੇ ਉਹ ਅੱਗੇ ਆਇਆ ਤੇ ਦੋਹਾ ਜਿਹੜੇ ਟਾਕਸ ਜਿਹੜੀਆਂ ਹੋਈਆਂ ਦੋਹਾ ਦੇ ਵਿੱਚ, ਕਤਰ ਦੇ ਵਿੱਚ, ਉਹ ਤਾਲਿਬਾਨ ਤੇ ਅਮਰੀਕਾ ਦੇ ਨਾਲ ਹੁੰਦੀਆਂ ਰਹੀਆਂ। ਉੱਥੇ ਕੋਈ ਸ਼ਰਤਾਂ ਤੈਅ ਹੋਈਆਂ ਜਿਸ ਦੇ ਤਹਿਤ ਔਰਤਾਂ ਦੀ ਆਜ਼ਾਦੀ, ਔਰਤਾਂ ਦੀ ਸਿੱਖਿਆ, ਸਿਹਤ, ਸਾਰੇ ਮਸਲਿਆਂ ਤੇ ਗੱਲਬਾਤ ਹੋਈ ਤੇ ਮਾਈਨੋਰਟੀਜ਼ ਨੂੰ ਕੁਝ ਪ੍ਰੋਟੈਕਸ਼ਨ ਦੇਣ ਦੀ ਗੱਲਬਾਤ ਹੋਈ ਸੀ। ਉਸ ਪ੍ਰਤੀ ਮਾਈਨੋਰਟੀਜ਼ ਦੀਆਂ ਬਹੁਤੀਆਂ ਅਜੇ ਖਬਰਾਂ ਨਹੀਂ ਆਈਆਂ, ਪਰ ਔਰਤਾਂ ਪ੍ਰਤੀ ਤਾਲਿਬਾਨ ਨੇ ਆਪਣਾ ਰਵੱਈਆ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। 10ਵੀਂ ਕਲਾਸ ਤੋਂ ਬਾਅਦ ਔਰਤਾਂ ਦੇ ਸਕੂਲ ਬੰਦ ਕਰ ਦਿੱਤੇ ਗਏ ਨੇ। ਜੇ ਔਰਤਾਂ ਸੜਕ ਤੇ ਮੁਜ਼ਾਹਰੇ ਕਰਨ ਨਿਕਲੀਆਂ ਨੇ ਤੇ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ, ਦਬਾ ਕੇ ਰੱਖਿਆ ਜਾ ਰਿਹਾ। ਹੋਰ ਵੀ ਕਈ ਜਗ੍ਹਾ ਤੇ ਇੱਕ ਜਿਵੇਂ ਕਹਿੰਦੇ ਨੇ ਕਿ ਜੰਗਲ ਰਾਜ ਵਰਗੀ ਸਥਿਤੀ ਜਿਹੜੀ ਆ ਉਹ ਪੈਦਾ ਹੁੰਦੀ ਦਿਸ ਰਹੀ ਹੈ। ਕੋਈ ਅਦਾਲਤੀ ਸਿਸਟਮ ਨਹੀਂ ਹੈ, ਸ਼ਰੀਅਤ ਦਾ ਕਾਨੂੰਨ ਵੀ ਕਿੱਥੇ ਕਿਵੇਂ ਕੰਮ ਕਰਦਾ ਹੈ ਇਸ ਬਾਰੇ ਕੁਝ ਪਤਾ ਨਹੀਂ ਹੈ। ਕੁਛ ਇੱਕ ਲੋਕਲ ਲੈਵਲ ਤੇ ਗੁੰਡਿਆ ਅਨਸਰ ਵਰਗੇ ਲੋਕ ਨੇ ਜੋ ਆਪਣੇ ਤੌਰ ਤੇ ਫੈਸਲਾ ਕਰਦੇ ਨੇ ਕਿ ਫਲਾਣੇ ਵਿਅਕਤੀ ਨੇ ਇਹ ਗੁਨਾਹ ਕੀਤਾ ਤੇ ਇਹਦੀ ਸਜ਼ਾ ਆਹ ਹੈ, ਤੇ ਸ਼ਰੇਆਮ ਚੁਰਾਹਿਆਂ ਦੇ ਵਿੱਚ ਜਾਂ ਵਿਅਕਤੀਆਂ ਨੂੰ ਗੋਲੀ ਮਾਰੀ ਜਾ ਰਹੀ ਹੈ ਤੇ ਜਾਂ ਫਾਂਸੀ ਦਿੱਤੀ ਜਾ ਰਹੀ ਹੈ, ਜੋ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਵੀ ਆ। ਤੇ ਇੱਕ ਪਾਸੇ ਤਾਲਿਬਾਨ ਵਾਲੇ ਦੁਨੀਆ ਨੂੰ ਦਿਖਾਉਣਾ ਵੀ ਚਾਹੁੰਦੇ ਨੇ, ਭਾਰਤ ਨੂੰ ਵੀ ਕਹਿ ਰਹੇ ਨੇ ਕਿ ਦੇਖੋ ਸਾਡੇ ਨਾਲ ਆਮ ਵਰਗੀਆਂ ਫਲਾਈਟਾਂ ਸ਼ੁਰੂ ਕਰੋ, ਸਾਡੇ ਨਾਲ ਸੰਬੰਧ ਬਣਾਓ, ਤੇ ਦੂਸਰੇ ਪਾਸੇ ਕਹਿੰਦੇ ਨੇ ਕਿ ਨਹੀਂ ਆਹ ਸਾਡੇ ਨਾਲ ਗੱਲ ਨਾ ਕਰੋ, ਸਾਡਾ ਆਪਣਾ ਕਲਚਰ ਹੈ। ਕੁਝ ਦਿਨ ਪਹਿਲਾਂ ਆਸਟ੍ਰੇਲੀਆ ਦੀ ਸਰਕਾਰ ਨੇ ਫੈਸਲਾ ਲਿਆ ਕਿ ਅਸੀਂ ਅਫਗਾਨਿਸਤਾਨ ਦੀ ਟੀਮ ਨਾਲ ਇੱਕ ਟੈਸਟ ਮੈਚ ਕ੍ਰਿਕਟ ਦਾ ਜਿਹੜਾ ਖੇਡਣਾ ਸੀ, ਨਵੰਬਰ ਦੇ ਵਿੱਚ ਖੇਡਣਾ ਸੀ, ਤੇ ਅਸੀਂ ਉਹਨੂੰ ਪਹਿਲੇ ਰੱਦ ਕਰ ਰਹੇ ਹਾਂ। ਕਿਉਂ? ਕਿਉਂਕਿ ਉੱਥੇ ਜੋ ਔਰਤਾਂ ਦੇ ਪ੍ਰਤੀ ਜੋ ਤਾਲਿਬਾਨ ਸਰਕਾਰ ਦੇ ਵਿਚਾਰ ਨੇ ਜਾਂ ਔਰਤਾਂ ਦੇ ਪਾਬੰਦੀਆਂ ਉਹਨਾਂ ਨੇ ਲਾ ਦਿੱਤੀਆਂ ਨੇ, ਅਸੀਂ ਉਹਨਾਂ ਨਾਲ ਸਹਿਮਤ ਨਹੀਂ। ਸੋ ਉਹਨਾਂ ਨੇ ਖੇਡਣ ਤੋਂ ਨਾ ਕਰ ਦਿੱਤੀ ਹੈ। ਹੌਲੀ ਹੌਲੀ ਬਾਕੀ ਦੇਸ਼ ਵੀ ਪੈਰ ਪਿਛਾਂਹ ਖਿੱਚ ਰਹੇ ਨੇ। ਕਤਰ ਦੀ ਸਮੱਸਿਆ ਇਹ ਹੈ
ਕਿ ਕਤਰ ਗੱਲਬਾਤ ਦੇ ਵਿੱਚ ਵੀ ਸ਼ਾਮਲ ਸੀ ਤੇ ਹੁਣ ਤੱਕ ਦੱਸਿਆ ਜਾ ਰਿਹਾ ਹੈ ਕਿ 40,000 ਤੋਂ ਵੱਧ ਲੋਕਾਂ ਨੂੰ ਕਾਬੁਲ 에ਅਰਪੋਰਟ ਤੋਂ ਜੇ ਕਿਸੇ ਨੇ ਬਾਹਰ ਕੱਢਣ ਦੇ ਵਿੱਚ ਮਦਦ ਕੀਤੀ ਹੈ ਤੇ ਉਹ ਮੁਲਕ ਕਤਰ ਹੈ, ਜਿਨ੍ਹਾਂ ਨੇ ਆਪਣੇ ਮੁਲਕ ਦੇ ਵਿੱਚੋਂ ਦੀ ਲੋਕਾਂ ਨੂੰ ਟ੍ਰਾਂਜ਼ਿਟ ਕੀਤਾ ਹੈ ਜੀ, ਉੱਥੋਂ ਦੀ ਕੱਢਦੇ ਰਹੇ ਨੇ। ਸੋ ਲੋਕ ਨਿਕਲੇ ਨੇ, ਪਰ ਕਤਰ ਨੇ ਸਾਰੀ ਮਦਦ ਕੀਤੀ ਹੈ ਤੇ ਅੱਜ ਵੀ 에ਅਰਪੋਰਟ ਦਾ ਜ਼ਿੰਮਾ ਉਸ ਨੂੰ ਚਲਾਉਣ ਦਾ ਤਾਲਿਬਾਨ ਨੂੰ ਕੁਝ ਪਤਾ ਨਹੀਂ ਹੈ ਕਿ 에ਅਰਪੋਰਟ ਕਿਵੇਂ ਚਲਾਉਣੀ ਹੈ ਜੀ, ਉਹ ਕਤਰ ਵਾਲੇ ਚਲਾ ਰਹੇ ਨੇ, ਉਹਨਾਂ ਨੇ ਚਲਾਈ ਹੈ। ਹੁਣ ਕਤਰ ਵਾਲੇ ਥੋੜੇ ਔਖੇ ਹੋ ਗਏ ਨੇ, ਉਹ ਕਹਿੰਦੇ ਨੇ ਕਿ ਭਾਈ ਤੁਸੀਂ ਵੱਡੇ ਇਸਲਾਮਿਕ ਕੰਟਰੀ ਬਣੇ ਫਿਰਦੇ ਹੋ, ਅਸੀਂ ਵੀ ਤੇ ਇਸਲਾਮਿਕ ਮੁਸਲਮਾਨ ਮੁਲਕ ਹਾਂ, ਸਾਡੇ ਵੱਲ ਦੇਖੋ, ਔਰਤਾਂ ਵੱਡੀ ਯੂਨੀਵਰਸਿਟੀ ਦੇ ਵਿੱਚ ਤੇ ਹੋਰ ਥਾਵਾਂ ਦੇ ਵਿੱਚ ਔਰਤਾਂ ਦੀ ਗਿਣਤੀ ਬੰਦਿਆਂ ਨਾਲੋਂ ਜ਼ਿਆਦਾ ਹੈ ਜੀ, ਤੇ ਅਸੀਂ ਉਹਨਾਂ ਨੂੰ ਕਿਵੇਂ ਨੁਮਾਇੰਦਗੀ ਦਿੱਤੀ ਹੈ? ਤੁਸੀਂ ਕਿਹੜੀ ਦੁਨੀਆ ਵਿੱਚ ਰਹਿੰਦੇ ਹੋ? ਜੀ, ਪਾਕਿਸਤਾਨ ਵਰਗੇ ਕਈ ਲੋਕ, ਪਾਕਿਸਤਾਨ ਦੇ ਜਿਹੜੇ ਉਹਨਾਂ ਦੇ ਜ਼ਿਆਦਾ ਹਮਾਇਤੀ ਇਸ ਵੇਲੇ ਬਣੇ ਹੋਏ ਨੇ ਅਫਗਾਨਿਸਤਾਨ ਦੇ, ਉਹ ਕਹਿ ਰਹੇ ਨੇ ਕਿ ਦੇਖੋ ਜੀ ਕਿ ਉਹਨਾਂ ਦਾ ਆਪਣਾ ਕਲਚਰ ਹੈ, ਉੱਥੇ ਇੱਦਾਂ ਹੁੰਦਾ। ਠੀਕ ਹੈ, ਫਿਰ ਆਪਣਾ ਕਲਚਰ ਹੈ ਤੇ ਆਪਣੇ ਤੱਕ ਸੀਮਿਤ ਰੱਖੋ, ਫਿਰ ਕਿਸੇ ਨੂੰ ਕਿਉਂ ਕਹਿੰਦੇ ਵੀ ਸਾਡੇ ਨਾਲ ਫਲਾਈਟਾਂ ਸ਼ੁਰੂ ਕਰੋ? ਬਿਲਕੁਲ। ਹੁਣ ਇਹ ਹੈ, ਕਤਰ ਇਸ ਸਥਿਤੀ ਦੇ ਵਿੱਚ ਹੈ ਕਿ ਕਤਰ ਵੀ ਉਹਨਾਂ ਤੋਂ ਪੈਰ ਪਿਛਾਂ ਖਿੱਚ ਰਿਹਾ ਜੀ। ਕਤਰ ਦੇ ਇੱਕ ਮੰਤਰੀ ਨੇ ਇੱਕ ਬਿਆਨ ਦਿੱਤਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਨਿਰਾਸ਼ਾ ਹੋ ਰਹੀ ਹੈ, ਇਹ ਪਿੱਛੇ ਨੂੰ ਜਾਣ ਵਾਲਾ ਕਦਮ ਹੈ। ਔਰਤਾਂ ਦੇ ਮਾਮਲੇ ਦੇ ਵਿੱਚ ਜੋ ਤਾਲਿਬਾਨ ਦੇ ਵਿਚਾਰ ਨੇ ਤੇ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਸਾਨੂੰ ਉੱਥੋਂ ਆ ਰਹੀਆਂ ਨੇ, ਅਸੀਂ ਉਸ ਤੋਂ ਬਹੁਤ ਨਾਰਾਜ਼ ਹਾਂ ਜੀ। ਕਤਰ ਵਾਲਿਆਂ ਨੂੰ ਇੱਕ ਦੁਨੀਆ ਦੇ ਸਾਹਮਣੇ ਵੀ ਇੱਕ ਫੇਸ ਦਿਖਾਉਣਾ ਪੈਣਾ, ਕਿਤੇ ਉਹ ਗੱਲ ਨਾ ਹੋਵੇ ਕਿ ਉਹਨਾਂ ਦੀ ਹਮਾਇਤ ਕਰਦੇ ਕਰਦੇ ਆਪਣੇ ਤੇ ਕੋਈ ਨੁਕਸਾਨ ਉਹਨਾਂ ਨੂੰ ਉਠਾਉਣਾ ਪੈ ਜਾਵੇ। ਉਹਦਾ ਕਾਰਨ ਇੱਕ ਹੋਰ ਵੀ ਹੈ, ਇੱਕ ਤੇ ਇਸ ਖਿੱਤੇ ਦੇ ਵਿੱਚ ਇੱਕ ਤਾਕਤ ਵਜੋਂ ਉੱਭਰਨਾ ਚਾਹੁੰਦੇ ਨੇ ਕਿ ਹੋਰ ਕੋਈ ਮੁਲਕ, ਸਾਊਦੀ ਅਰਬ ਜਾਂ ਯੂਨਾਈਟਿਡ ਅਰਬ ਐਮੀਰੇਟਸ ਵਗੈਰਾ, ਉਹਨਾਂ ਤੇ ਕੋਈ ਇਸ ਤਰ੍ਹਾਂ ਦਾ ਸ਼ਿਕੰਜਾ ਕੱਸੇ ਤੇ ਜਾਂ ਇਸ ਤੇ ਉਹਨਾਂ ਨੂੰ ਦੂਸਰੇ ਪਾਸੇ ਉਹਨਾਂ ਨੂੰ ਆਈਸੋਲੇਟ ਕਰਨ ਦਾ ਯਤਨ ਕਰੇ। ਉਹ ਖੁਦ ਇਸ ਮਾਮਲੇ ਤੇ ਕਲੀਅਰ ਹੋਣਾ ਚਾਹੁੰਦੇ ਨੇ। 2022 ਦੇ ਵਿੱਚ ਉੱਥੇ ਫੀਫਾ ਵਿਸ਼ਵ ਕੱਪ ਵੀ ਹੈ, ਫੁੱਟਬਾਲ ਦਾ ਵਰਲਡ ਕੱਪ ਹੈ, ਉਸ ਦੇ ਵੀ ਲੋਕਾਂ ਨੂੰ ਉਹਨਾਂ ਦਿਖਾਉਣਾ ਪਏਗਾ ਅਸੀਂ ਇੱਕ ਨਿਊਟਰਲ ਕੰਟਰੀ ਹਾਂ, ਅਸੀਂ ਕਿਸੇ ਇਹੋ ਜਿਹੇ ਮੁਲਕ ਦੀ ਹਮਾਇਤ ਨਹੀਂ ਕਰਦੇ ਜਿੱਥੇ ਕੋਈ ਔਰਤਾਂ ਤੇ ਜਾਂ ਕਿਸੇ ਹੋਰ ਕਿਸਮ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਹੋਵੇ। ਜੀ ਕੁਲਦੀਪ ਜੀ, ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦਾ ਵੇਲਾ ਹੋ ਗਿਆ ਹੈ। ਤੁਸੀਂ ਸਟੂਡੀਓ 'ਚ ਆਏ ਤੇ ਦਰਸ਼ਕਾਂ ਦੇ ਨਾਲ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਅਗਲੀ ਵਾਰ ਕੁਝ ਨਵੇਂ ਮੁੱਦਿਆਂ ਤੇ ਗੱਲਬਾਤ ਕਰਾਂਗੇ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।